ਤੇਗ ਬਹਾਦਰ ਪਰਮ ਪਰਮ ਕਿਰਪਾਲਾ ਸਤਿਗੁਰ ਪਰਮ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਪੁਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਫਤਿਹ। ਹੈ ਬੇਘਨ ਬਿਨਾਸਨ ਤਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸਤਰ ਸਮਾਨ ਸਰੀਰ ਸੋ ਜੀਰਣ ਹੋਵੈ ਤਜ ਜਾਹੇ। ਜਾਂ ਤੇ ਨਿਆਰੋ ਆਤਮਾ ਲਖੋ ਹਿਰਦੇ ਨਰ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਰਾਏ ਬੁਲਾਰ ਨੂੰ ਦਰਸ਼ਨ ਦੇਣ ਆਏ ਹਨ। ਰਾਏ ਬੁਲਾਰ ਜੀ ਨੇ ਜੋ ਨਿਤਾ ਪ੍ਰਤੀ ਗੁਰਮੂਰਤ ਦਾ ਧਿਆਨ ਹਿਰਦੇ 'ਚ ਧਾਰਦੇ ਹਨ, ਸਿਮਰਨ ਸਾਧਨਾ ਵਿੱਚ ਪ੍ਰਪੱਕ ਹਨ, ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ ਮੈਨੂੰ ਮੇਰੇ ਸਰੂਪ ਦੀ ਜਾਣਕਾਰੀ ਦਿਓ, ਦਇਆ ਕਰਕੇ ਮੈਨੂੰ ਮੇਰਾ ਸਰੂਪ ਬੁਝਾਓ, ਮੈਂ ਕੀ ਹਾਂ, ਕੌਣ ਹਾਂ। ਸਤਿਗੁਰੂ ਜੀ ਨੇ ਪੁੱਛਿਆ, ਰਾਏ ਬੁਲਾਰ ਜੀ ਦੱਸੋ ਤੁਸੀਂ ਕਿਹਦੇ ਵਿੱਚ ਆਪਣੀ ਮਮਤਾ ਧਾਰਨ ਕੀਤੀ ਹੋਈ ਹੈ। ਕਹਿਣ ਲੱਗੇ, ਮਹਾਰਾਜ ਮੇਰਾ ਨਾਮ ਰਾਏ ਬੁਲਾਰ ਹੈ, ਮੁਸਲਮਾਨਾਂ ਦੇ ਘਰੇ ਜੰਮਿਆ, ਤਲਵੰਡੀ ਦਾ ਮੈਂ ਰਾਜਾ ਹਾਂ। ਸਰੀਰ ਬਿਰਧ ਹੋ ਗਿਆ, ਚਮੜੀ ਸਥਿਲ ਹੋ ਗਈ ਹੈ, ਤਨ ਕਮਜ਼ੋਰ ਹੈ। ਆ ਸੰਬੰਧੀ ਨੇ, ਮੇਰੇ ਰਿਸ਼ਤੇਦਾਰ ਨੇ, ਧੀਆਂ ਪੁੱਤ ਨੇ, ਪਰਿਵਾਰ ਹੈ, ਘਰਵਾਲੀ ਹੈ। ਮੈਂ ਤਾਂ ਇਹ ਸਮਝਦਾ। ਮਹਾਰਾਜ ਜੀ ਕਹਿੰਦੇ, ਤਾਂ ਰਾਏ ਬੁਲਾਰ ਜੀ ਤੁਹਾਡੇ ਸਰੀਰ ਦਾ ਧਰਮ ਹੈ, ਤੁਹਾਡਾ ਤਾਂ ਨਹੀਂ। ਤੁਹਾਡੀ ਚੇਤਨਾ ਤਾਂ ਤੁਹਾਡੇ ਸਰੀਰ ਤੋਂ ਪਹਿਲਾਂ ਵੀ ਸੀ ਔਰ ਇਸ ਸਰੀਰ ਤੋਂ ਬਾਅਦ ਵੀ ਰਹਿਣੀ ਹੈ। ਇਹ ਤਨ ਜਨਮ ਵਿੱਚ ਵੀ ਹੈ, ਇਹ ਤਨ ਮਰਨ ਵਿੱਚ ਵੀ ਹੈ, ਇਹ ਤਨ ਜਵਾਨੀ ਵਿੱਚ, ਬੁਢੇਪੇ ਵਿੱਚ, ਬਚਪਨ ਵਿੱਚ ਵੀ ਜਾਂਦਾ। ਪਰ ਜਿਹੜਾ ਤੁਹਾਡਾ ਸਵਰੂਪ ਹੈ ਉਹ ਨਾ ਜਨਮ ਵਿੱਚ ਹੈ, ਨਾ ਮਰਨ ਵਿੱਚ ਹੈ, ਨਾ ਉਹ ਬਚਪਨ ਵਿੱਚ ਹੈ, ਨਾ ਉਹ ਜਵਾਨੀ ਵਿੱਚ ਹੈ, ਤੇ ਨਾ ਉਹ ਬੁਢੇਪੇ ਵਿੱਚ ਹੈ। ਇਹ ਕੇਵਲ ਤੁਹਾਡੇ ਸਰੀਰ ਦੇ ਧਰਮ ਨੇ, ਤੁਹਾਡੇ ਨਹੀਂ।
ਫਿਰ ਪਾਤਸ਼ਾਹ ਕਹਿੰਦੇ ਸਰੀਰ ਇੱਕ ਪੁਰਾਣੇ ਕੱਪੜੇ ਵਾਂਗੂ ਜਦੋਂ ਇਹ ਜੀਰਣ ਹੋ ਜਾਂਦਾ ਇਹਨੂੰ ਛੱਡ ਕੇ ਫਿਰ ਜੀਵਾਤਮਾ ਦੂਸਰੇ ਸਰੀਰ ਰੂਪੀ ਕੱਪੜੇ ਨੂੰ ਧਾਰਨ ਕਰ ਲੈਂਦੀ ਹੈ। ਇਹਦਾ ਮਤਲਬ ਇਹ ਸਰੀਰ ਤੁਹਾਡਾ ਸਵਰੂਪ ਤਾਂ ਨਹੀਂ ਹੋਇਆ। ਭਰਮ ਦੀ ਦਸ਼ਾ ਵਿੱਚ ਤੁਸੀਂ ਇਸ ਸਰੀਰ ਨੂੰ ਆਪਣਾ ਸਰੂਪ ਮੰਨੀ ਬੈਠੇ ਹੋ। ਇਹ ਬਚਨ ਸਤਿਗੁਰੂ ਜੀ ਕਰਕੇ ਰਾਏ ਬੁਲਾਰ ਜੀ ਨੂੰ ਆਤਮਾ ਦੇ ਗਿਆਨ ਦਾ ਸਾਖਸ਼ਾਤਕਾਰ ਕਰਵਾ ਰਹੇ ਹਨ। ਆਓ ਜਿਤਨਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਗੁਰਦੇਵ ਦੀ ਪਾਵਨ ਸਿਫਤ ਕਰਦਿਆਂ ਤੇ ਸੁਣਦਿਆਂ ਬਤੀਤ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸਤਰ ਸਮਾਨ ਸਰੀਰ ਸੋ ਜੀਰਣ ਹਵੈ ਤਜ ਜਾਹੇ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਬਸਤਰ ਪੁਰਾਣਾ ਹੋਵੇ ਤੇ ਲਾਹ ਦੇਈਦਾ ਨਾ, ਇਸੇ ਤਰ੍ਹਾਂ ਜਦੋਂ ਇਹ ਸਰੀਰ ਰਾਏ ਬੁਲਾਰ ਜੀ ਪੁਰਾਣਾ ਜੀਰਣ ਹੋ ਜਾਂਦਾ ਹੈ ਤਾਂ ਇਹਨੂੰ ਚੇਤਨਾ ਜੀਵਾਤਮਾ ਜਿਹੜੀ ਆ ਉਹ ਛੱਡ ਕੇ ਚਲੀ ਜਾਂਦੀ ਹੈ। ਜਾਂ ਤੇ ਨਿਆਰੋ ਆਤਮਾ ਲਖ ਹਿਰਦੇ ਨਰ ਨਾਹੇ। ਇਹ ਰਾਜਾ ਇਹ ਗੱਲ ਆਪਣੇ ਹਿਰਦੇ 'ਚ ਜਾਣ ਲੈ ਕਿ ਇਸ ਕਰਕੇ ਸਰੀਰ ਤੋਂ ਨਿਆਰੀ ਹੈ ਆਤਮਾ, ਜਿਹੜੀ ਇਸ ਸਰੀਰ ਰੂਪੀ ਜੀਰਣ ਕੱਪੜੇ ਨੂੰ ਛੱਡ ਕੇ ਚਲੀ ਜਾਂਦੀ ਹੈ। ਉਹ ਆਤਮਾ ਇਸ ਸਰੀਰ ਤੋਂ ਨਿਆਰੀ ਹੈ, ਵੱਖਰੀ ਹੈ। ਚੌਪਈ ਸੁਨ ਤਨ ਮਾਨ ਵਿਸਾਰਿਓ ਰਾਈ। ਮਹਾਰਾਜ ਜੀ ਦੇ ਬਚਨ ਸੁਣ ਕੇ ਇੱਕਦਮ ਰਾਏ ਬੁਲਾਰ ਜੀ ਦਾ ਸਰੀਰ ਤੋਂ ਮਮਤਾ ਚੁੱਕੀ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੈਸੇ ਗੁਰਦੇਵ ਪਰ ਰਾਏ ਬੁਲਾਰ ਜੈਸਾ ਜਗਿਆਸੂ ਹੋਵੇ ਤੇ ਸਭ ਕੁਝ ਉਸੇ ਵੇਲੇ ਠੀਕ ਘਟ ਜਾਂਦਾ, ਉਸੇ ਵੇਲੇ ਵਰਤ ਜਾਂਦਾ। ਕਥਾ ਅਸੀਂ ਵੀ ਸੁਣੀ ਹੈ, ਦਾਸ ਨੇ ਵੀ ਕਹੀ ਹੈ, ਪਰ ਸਾਡੇ ਅੰਦਰ ਸਾਡੇ ਸਰੀਰ ਦੀ ਮਮਤਾ ਹਾਲੇ ਵੀ ਜਿਉਂ ਕੀ ਤਿਉਂ ਹੈ। ਕਾਰਨ ਕਿਉਂਕਿ ਸਾਡੇ ਅੰਦਰ ਉਹ ਜਗਿਆਸਾ ਨਹੀਂ ਜੋ ਰਾਏ ਬੁਲਾਰ ਜੀ ਦੇ ਹਿਰਦੇ ਵਿੱਚ ਹੈ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਰਾਏ ਬੁਲਾਰ ਜੀ ਦੀ ਉਸੇ ਵੇਲੇ ਸਰੀਰ ਤੋਂ ਸੁਰਤ ਉੱਠ ਗਈ, ਸਮਝ ਲਿਆ ਕਿ ਮੈਂ ਸਰੀਰ ਨਹੀਂ ਹੈ। ਤਾਂ ਬਿਲਕੁਲ ਸੱਚ ਹੈ। ਸਤਿਗੁਰੂ ਜੀ ਦੇ ਬਚਨਾਂ ਨਾਲ ਉਸੇ ਵੇਲੇ ਸਰੀਰ ਦਾ ਜਿਹੜਾ ਭਰਮ ਸੀ ਕਿ ਮੈਂ ਸਰੀਰ ਹਾਂ, ਉਹ ਭਰਮ ਦੂਰ ਹੋ ਗਿਆ। ਸ੍ਰੀ ਗੁਰੂ ਸੋ ਪੁਨ ਗਿਰਾ ਅਲਾਈ। ਸਰੀਰ ਦਾ ਭਰਮ ਦੂਰ ਹੋਣ ਤੋਂ ਬਾਅਦ ਰਾਏ ਬੁਲਾਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਤਨ ਮੈਂ ਨਹੀਂ ਬਤਾਈ ਸਾਚੀ। ਮਹਾਰਾਜ ਜੋ ਤੁਸੀਂ ਕਿਹਾ ਬਿਲਕੁਲ ਸੱਚ ਕਿਹਾ, ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ। ਇੰਦਰੀਏ ਮੈਂ ਹੰਤਾ ਰੁਚ ਰਾਚੀ। ਮਹਾਰਾਜ ਜੀ ਮੈਂ ਸਰੀਰ ਨਹੀਂ ਹਾਂ, ਪਰ ਇਹ ਸਰੀਰ ਜਿਨ੍ਹਾਂ ਇੰਦਰੀਆਂ ਦੇ ਆਸ ਹੈ, ਮੈਨੂੰ ਏਦਾਂ ਜਾਪਦਾ ਵੀ ਉਹ ਇੰਦਰੀਆਂ ਮੇਰਾ ਸਵਰੂਪ ਹੈ। ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਮਹਾਰਾਜ ਉਹ ਇੰਦਰੀਆਂ ਦੇ ਵਿੱਚ ਮੇਰੀ ਮਮਤਾ ਜਾ ਕੇ ਜੁੜਦੀ ਹੈ। ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਹੜੀਆਂ ਇੰਦਰੀਆਂ ਹਨ ਇਹੀ ਮੇਰਾ ਸਵਰੂਪ ਹਨ। ਜਾਂ ਤੇ ਮੈਂ ਦੇਖੋ ਮੈਂ ਸੁਨਹੋ। ਜਿਨ੍ਹਾਂ ਇੰਦਰੀਆਂ ਕਰਕੇ ਮੈਂ ਵੇਖਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸੁਣਦਾ ਹਾਂ। ਮੈਂ ਚੱਲ ਹੋ ਮੈਂ ਗਾਹੋਂ ਬਖਨ ਹੋ। ਜਿਨ੍ਹਾਂ ਇੰਦਰੀਆਂ ਕਰਕੇ ਮੈਂ ਟੁਰਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਹੱਥ ਨਾਲ ਕੁਝ ਪਕੜਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸੁੰਘਦਾ ਹਾਂ, ਸਾਹ ਲੈਂਦਾ ਹਾਂ। ਮੈਂ ਸੂੰਗੋ ਮੈਂ ਕਰੋ ਸਪਰਸਾ। ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸਪਰਸ਼ ਕਰਦਾ, ਚਮੜੀ ਕਰਕੇ ਜਾਂ ਨੱਕ ਕਰਕੇ ਮੈਂ ਸੁਗੰਧੀ ਲੈਂਦਾ ਹਾਂ। ਲਿਓ ਸਾਧ ਅਸ ਹੰਤਾ ਤਰਸਾ। ਔਰ ਜਿਹੜੀ ਇੰਦਰੀ ਜ਼ੁਬਾਨ ਕਰਕੇ ਮੈਂ ਸਵਾਦ ਲੈਣਾ ਵੀ ਇਹ ਮਿੱਠਾ ਹੈ, ਇਹ ਕੌੜਾ ਹੈ। ਤਾਂ ਤੇ ਤਨ ਤੇ ਅੰਨੇ ਰਖੀਕਾ। ਮਹਾਰਾਜ ਇਹ ਸਰੀਰ ਤੋਂ ਇੰਦਰੀਆਂ ਵੱਖਰੀਆਂ ਨੇ, ਇਸ ਕਰਕੇ ਮੈਨੂੰ ਇਉਂ ਜਾਪਦਾ ਵੀ ਇਹ ਇੰਦਰੀਆਂ ਹੀ ਮੇਰਾ ਸਵਰੂਪ ਨੇ, ਕਿਉਂਕਿ ਇੰਦਰੀਆਂ ਕੰਮ ਕਰਦੀਆਂ ਨੇ।
ਇੰਦਰੀਆਂ ਕਰਕੇ ਮੈਂ ਵੇਖਦਾ, ਇੰਦਰੀਆਂ ਕਰਕੇ ਮੈਂ ਸੁਣਦਾ, ਇੰਦਰੀਆਂ ਕਰਕੇ ਮੈਂ ਚਖਦਾ, ਇੰਦਰੀਆਂ ਕਰਕੇ ਮੈਂ ਸੁੰਘਦਾ, ਇੰਦਰੀਆਂ ਕਰਕੇ ਸਪਰਸ਼ ਕਰਦਾ, ਇੰਦਰੀਆਂ ਕਰਕੇ ਹੀ ਟੁਰਦਾ ਹਾਂ, ਇੰਦਰੀਆਂ ਕਰਕੇ ਹੀ ਕੋਈ ਨਾ ਕੋਈ ਚੀਜ਼ ਪਕੜਦਾ ਹਾਂ, ਬੋਲਦਾ ਵੀ ਨਾ ਇੰਦਰੀਆਂ ਕਰਕੇ ਹਾਂ। ਇਸ ਕਰਕੇ ਇਸ ਸਰੀਰ ਤੋਂ ਇਹ ਇੰਦਰੀਆਂ ਨਿਆਰੀਆਂ ਨੇ ਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਕਿ ਆਹ ਜਿਹੜੀਆਂ ਇੰਦਰੀਆਂ ਨੇ ਇਹੀ ਮੇਰਾ ਸਵਰੂਪ ਹਨ, ਇਹ ਇੰਦਰੀਆਂ ਹੀ ਮੇਰਾ ਰੂਪ ਹਨ। ਸੋ ਸਰੂਪ ਮੈਂ ਮਾਨਿਓ ਨੀਕਾ। ਮਹਾਰਾਜ ਹੁਣ ਮੇਰਾ ਇੰਦਰੀਆਂ ਤੇ ਆ ਕੇ ਮਨ ਟਿਕ ਗਿਆ ਹੈ ਕਿ ਇੰਦਰੀਆਂ ਹੀ ਮੇਰਾ ਸਵਰੂਪ ਹਨ। ਭੋ ਰਾਜਨ ਤੂੰ ਇੰਦਰੀਏ ਨਾਹੀ। ਜਦੋਂ ਰਾਏ ਬੁਲਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਪਾਤਸ਼ਾਹ ਬੋਲੇ, ਕਹਿੰਦੇ ਰਾਏ ਬੁਲਾਰ ਤੂੰ ਇੰਦਰੀਆਂ ਵੀ ਨਹੀਂ ਹੈ, ਤੂੰ ਇਹਨਾਂ ਇੰਦਰੀਆਂ ਤੋਂ ਅਤੀਤ ਨਿਰਾਲਾ ਹੈ। ਖਾਲਸਾ ਜੀ, ਸ਼ਾਸਤਰਾਂ ਵਿੱਚ ਇਸ ਨੂੰ ਲੈ ਚਿੰਤਨ ਕਹਿੰਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੂਖਸ਼ਮ ਵਿਸ਼ੇ ਹਨ ਗੁਰੂ ਖਾਲਸਾ ਜੀ ਅਧਿਆਤਮਕ ਜਗਤ ਦੇ। ਇਹਨੂੰ ਲੈ ਚਿੰਤਨ ਕਹਿੰਦੇ ਆ ਕਿ ਪਹਿਲਾਂ ਸਰੀਰ ਵੱਲ ਵੇਖ ਕੇ ਸਰੀਰ ਦੀ ਹੰਤਾ ਛੱਡਣੀ, ਫਿਰ ਅੱਗੇ ਇੰਦਰੀਆਂ ਤੇ ਆ ਕੇ ਹੰਤਾ ਜੁੜਦੀ, ਉਹਦੀ ਹੰਤਾ ਛੱਡਣੀ, ਫਿਰ ਅੱਗੇ ਪ੍ਰਾਣਾਂ ਤੇ, ਫਿਰ ਉਹਦੀ ਅੱਗੇ ਚਿੰਤਨ ਕਰਦਿਆਂ ਇੱਕ ਵਿੱਚ ਦੂਜੇ ਨੂੰ ਲੈ ਕਰਦੇ ਚਲੇ ਜਾਣਾ। ਜਿਵੇਂ ਇੱਕ ਘੜੇ ਦਾ ਪਾਣੀ ਦੂਜੇ ਦੇ ਵਿੱਚ ਮਿਲਾ ਕੇ, ਤੀਜੇ ਦੇ ਵਿੱਚ ਮਿਲਾ ਕੇ, ਇਦਾਂ ਚਿੰਤਨ। ਜਿਵੇਂ ਇੱਕ ਗਲਾਸ ਦਾ ਪਾਣੀ ਸੀ, ਉਹਨੂੰ ਇੱਕ ਡੋਂਗੇ ਦੇ ਪਾਣੀ ਵਿੱਚ ਮਿਲਾ ਦਿੱਤਾ, ਡੋਂਗੇ ਦਾ ਪਾਣੀ ਫਿਰ ਇੱਕ ਛੋਟੇ ਜਿਹੇ ਕੁੱਜੇ ਵਿੱਚ ਮਿਲਾ, ਅੱਗੇ ਉਹਨੂੰ ਲੈ ਕਰਦੇ ਚਲੇ ਜਾਣਾ। ਇਹਨੂੰ ਲੈ ਚਿੰਤਨ ਕਰਦਿਆਂ ਕਰਦਿਆਂ ਫਿਰ ਆਤਮਾ ਤੇ ਆ ਕੇ ਰੁਕ ਜਾਣਾ, ਕਿਉਂਕਿ ਆਤਮਾ ਤੋਂ ਪਰੇ ਫਿਰ ਕੁਝ ਨਹੀਂ ਹੈ। ਇਹਨੂੰ ਲੈ ਚਿੰਤਨ ਕਹਿੰਦੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੀ ਭਾਰੀ ਕਿਰਪਾ ਕਰਕੇ ਰਾਏ ਬੁਲਾਰ ਨੂੰ ਲੈ ਚਿੰਤਨ ਕਰਵਾ ਰਹੇ ਨੇ ਤੇ ਉਹਦੇ ਰਾਹੀਂ ਸਾਨੂੰ ਸਾਰਿਆਂ ਨੂੰ ਸੋਝੀ ਦੇ ਰਹੇ ਨੇ। ਰਾਏ ਬੁਲਾਰ ਜੀ ਦੇ ਰਾਹੀਂ ਕਿ ਇਹ ਉਹਨਾਂ ਦੇ ਨਾਲ ਕਰਵਾ ਕੇ, ਉਹਨਾਂ ਨੂੰ ਲੈ ਚਿੰਤਨ ਕਰਵਾ ਕੇ ਸਤਿਗੁਰੂ ਜੀ ਸਾਨੂੰ ਸੋਝੀ ਦੇ ਰਹੇ ਨੇ ਕਿ ਐ ਗੁਰੂ ਕੇ ਸਿੱਖਾ ਇਦਾਂ ਲੈ ਚਿੰਤਨ ਕਰਿਆ ਕਰ ਆਪਣੇ ਅੰਦਰ। ਜਦੋਂ ਰਾਏ ਬੁਲਾਰ ਨੇ ਕਿਹਾ ਨਾ, ਸਰੀਰ ਤੋਂ ਮਮਤਾ ਚੁੱਕੀ ਵੀ ਮੈਂ ਤਾਂ ਇੰਦਰੀਆਂ ਹਾਂ, ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਹੇ ਰਾਜਾ, ਤੂੰ ਇਹਨਾਂ ਇੰਦਰੀਆਂ ਤੋਂ ਅਤੀਤ ਹੈ, ਤੂੰ ਇਹਨਾਂ ਇੰਦਰੀਆਂ ਤੋਂ ਨਿਆਰਾ ਹੈ। ਸੁਨੋ ਜੁਗਤਿਆ ਪਰ ਸ਼ਰੁਤ ਮਾਹੀ। ਮਹਾਰਾਜ ਜੀ ਕਹਿੰਦੇ ਇਹਦੇ ਬਾਬਤ ਵੀ ਤੈਨੂੰ ਇੱਕ ਜੁਗਤੀ ਦੱਸਦੇ ਆ, ਪ੍ਰਮਾਣ ਦੱਸਦੇ ਹਾਂ। ਜਿਉ ਤਿਖਾਨ ਕੇ ਹੱਥ ਨ ਮਾਹੀ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਤਰਖਾਣ ਹੁੰਦਾ ਨਾ, ਲੱਕੜੀ ਦਾ ਕੰਮ ਕਰਨ ਵਾਲਾ, ਤੇ ਤਰਖਾਣ ਦੇ ਹੱਥ ਵਿੱਚ ਬਿਨਾ ਕੁਠਾਰ ਕ੍ਰਿਤ ਹੋਇ ਨਾਹੀ। ਜੇ ਉਹਦੇ ਹੱਥ ਦੇ ਵਿੱਚ ਕੁਹਾੜਾ ਨਾ ਹੋਵੇ ਤੇ ਉਹ ਕੰਮ ਤਾਂ ਨਹੀਂ ਕਰ ਸਕਦਾ। ਕੁਹਾੜੇ ਬਿਨਾ ਕੋਈ ਤਰਖਾਣ ਕੰਮ ਕਰ ਸਕਦਾ? ਲੱਕੜੀ ਦਾ ਕਿਵੇਂ ਕਰੇਗਾ ਕੰਮ ਨੂੰ? ਲੱਕੜ ਵੱਢ ਹੀ ਨਹੀਂ ਸਕਣੀ। ਜਿਵੇਂ ਤਰਖਾਣ ਉਹਦੇ ਹੱਥ ਵਿੱਚ ਜਿਹੜਾ ਕੁਹਾੜਾ ਹੈ, ਉਹਦੇ ਤੋਂ ਬਿਨਾਂ ਉਹ ਕੰਮ ਨਹੀਂ ਕਰ ਸਕਦਾ। ਤਿਉ ਸਾਧਨ ਹੈ ਇੰਦਰੀय ਬ੍ਰਿੰਦਾ। ਇਦਾਂ ਜਿਹੜਾ ਇਹ ਸਰੀਰ ਹੈ, ਇਹ ਹੈ ਤਰਖਾਣ, ਤੇ ਜਿਹੜੀਆਂ ਇਹਦੀਆਂ ਇੰਦਰੀਆਂ ਨੇ ਇਹ ਇਹਦਾ ਸਾਧਨ ਹੈ, ਉਹਨਾਂ ਦੇ ਨਾਲ ਇਹ ਕੰਮ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਇੰਦਰੀਆਂ ਜਿਹੜੀਆਂ ਨੇ ਉਹ ਸਰੀਰ ਦਾ ਸਾਧਨ ਨੇ, ਯਾਨੀ ਕਿ ਸਰੀਰ ਇਹਨਾਂ ਇੰਦਰੀਆਂ ਨੂੰ ਚਲਾਉਂਦਾ। ਹਾਂਜੀ, ਇਨ ਤੇ ਆਤਮ ਪ੍ਰਿਥਕ ਆਨੰਦਾ। ਜਿਹੜੀ ਆਤਮਾ ਹੈ ਉਹ ਇਹਨਾਂ ਤੋਂ ਵੀ ਪ੍ਰਿਥਕ ਹੈ, ਇਹਨਾਂ ਤੋਂ ਵੀ ਵੱਖਰੀ ਹੈ। ਨਾਨਾ ਇੰਦਰੀਏ ਤਾਂ ਮਤ ਨਾਨਾ। ਮਹਾਰਾਜ ਜੀ ਕਹਿੰਦੇ ਇੰਦਰੀਆਂ ਨਾਨਾ ਨੇ, ਯਾਨੀ ਕਿ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਕੁੱਲ ਗਿਣਤੀ 10 ਹੋ ਗਈ। ਹੁਣ 10 ਇੰਦਰੀਆਂ ਦੇ ਜਿਹੜੇ ਮਤ ਨੇ ਉਹ ਅੱਗੇ ਨਾਨਾ ਨੇ, ਕਈ ਪ੍ਰਕਾਰ ਦੇ ਹਨ। ਇਹਦੇ ਵਿੱਚ ਨਾਨਾ ਤਵ ਹੈ, ਯਾਨੀ ਕਿ ਅਨੇਕ ਪੁਣਾ ਹੈ। ਕੈਸੇ ਨਿਜ ਸਰੂਪ ਅਨੁਮਾਨਾ। ਮਹਾਰਾਜ ਜੀ ਕਹਿੰਦੇ ਰਾਏ ਜੀ ਤੁਹਾਡਾ ਸਰੂਪ ਤਾਂ ਇੱਕ ਹੈ ਨਾ, 10 ਤਾਂ ਨਹੀਂ। ਇੰਦਰੀਆਂ ਤਾਂ 10 ਨੇ, ਪਰ ਤੁਹਾਡਾ ਸਰੂਪ ਤਾਂ ਇੱਕ ਹੈ। ਤੇ ਜੇ ਤੁਹਾਡਾ ਸਰੂਪ ਇੱਕ ਆਤਮਾ ਹੀ ਹੈ ਤੇ ਉਹਦੇ ਵਿੱਚ ਇਹਨਾਂ ਇੰਦਰੀਆਂ ਦੀ ਕਲਪਨਾ ਕਿਉਂ ਕਰਦੇ ਹੋ? ਅਨੇਕ ਤਾਂ ਨਹੀਂ ਨਾ।
ਨਾਨਾ ਤਵਤਾ ਨਹੀਂ, ਤੁਹਾਡਾ ਸਵਰੂਪ ਇੱਕ ਹੈ। ਸਦਾ ਏਕ ਤੂੰ ਚੈਤਨ ਨੀਕਾ। ਇਹ ਰਾਏ ਤੂੰ ਤਾਂ ਸਦਾ ਇੱਕ ਹੈ, ਚੈਤਨ ਸਵਰੂਪ ਹੈ। ਜਿਹ ਬਿਨ ਜੜ ਹੈ ਬ੍ਰਿੰਦ ਰਖੀ ਕਾ। ਜਿਸ ਚੇਤਨਾ ਤੋਂ ਬਿਨਾਂ ਇਹ ਇੰਦਰੀਆਂ ਜੜ ਨੇ, ਕੁਝ ਨਹੀਂ ਕਰ ਸਕਦੀਆਂ। ਮੁਰਦੇ ਦੀਆਂ ਇੰਦਰੀਆਂ ਕੋਈ ਕੰਮ ਕਰਦੀਆਂ ਹੁੰਦੀਆਂ ਤਾਂ ਹਨ ਉਹਦੇ ਸਰੀਰ ਤੇ। ਤੇਰਾ ਸਵਰੂਪ ਚੇਤਨ ਹੈ, ਇਹ ਇੰਦਰੀਆਂ ਜੜ ਨੇ। ਜਿਸ ਚੇਤਨਾ ਦੇ ਆਸ਼ਰਿਤ ਤੇ ਇੰਦਰੀਆਂ ਕੰਮ ਕਰਦੀਆਂ ਨੇ, ਤੇਰਾ ਉਹ ਸਵਰੂਪ ਹੈ। ਅੰਧ ਮੂਕ ਗੂੰਗੇ ਪੁਨ ਜੇਈ। ਜੇ ਤੂੰ ਆਖੇ ਵੀ ਇੰਦਰੀਆਂ ਹੀ ਮੇਰਾ ਸਵਰੂਪ ਹੈ, ਤਾਂ ਫਿਰ ਜਿਹੜੇ ਸੰਸਾਰ ਦੇ ਵਿੱਚ ਅੰਨੇ ਹੁੰਦੇ ਨੇ, ਉਹਨਾਂ ਕੋਲ ਅੱਖਾਂ ਕੋਈ ਨਹੀਂ, ਫਿਰ ਉਹ ਕਿਵੇਂ ਜੀਵਦੇ ਰਹਿੰਦੇ ਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਇੰਦਰੀਆਂ ਨੂੰ ਤੂੰ ਆਪਣਾ ਰੂਪ ਮੰਨੇ ਤੇ ਸੰਸਾਰ ਵਿੱਚ ਅੰਨੇ ਨੇ, ਗੂੰਗੇ ਨੇ, ਪੈਰ ਕੋਈ ਨਹੀਂ ਕਈਆਂ ਦੇ, ਹੱਥ ਕੋਈ ਨਹੀਂ, ਤੇ ਫਿਰ ਉਹ ਬੰਦੇ ਜਿਉਂਦੇ ਕਿਵੇਂ ਰਹਿੰਦੇ ਆ ਜੇ ਇੰਦਰੀਆਂ ਸਵਰੂਪ ਹੁੰਦਾ? ਫਿਰ ਤਾਂ ਜਿਹਦੀਆਂ ਅੱਖਾਂ ਨਹੀਂ ਉਹਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਜਿਹਦੇ ਕੰਨ ਨਹੀਂ, ਸੁਣ ਨਹੀਂ ਸਕਦਾ, ਬੋਲੇ ਨੇ, ਉਹਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇੰਦਰੀਆਂ ਸਵਰੂਪ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜੀਆਂ ਇੰਦਰੀਆਂ ਜਿਸ ਚੇਤਨਾ ਦੇ ਆਸਰੇ ਚੱਲਦੀਆਂ ਨੇ, ਉਹ ਤੇਰਾ ਸਰੂਪ ਹੈ, ਇੰਦਰੀਆਂ ਤੇਰਾ ਸਰੂਪ ਨਹੀਂ। ਜੇ ਇੰਦਰੀਆਂ ਤੇਰਾ ਸਰੂਪ ਹੁੰਦਾ ਤਾਂ ਸੰਸਾਰ ਵਿੱਚ ਜਿਹੜੇ ਅੰਨੇ ਹਨ, ਗੂੰਗੇ ਹਨ, ਬੋਲੇ ਹਨ, ਪਿੰਗਲੇ ਹਨ, ਲੰਗੜੇ ਹਨ, ਫਿਰ ਉਹ ਜਿਉਂਦੇ ਨਹੀਂ ਸਨ ਰਹਿਣੇ ਚਾਹੀਦੇ। ਜੀਵਤ ਜਗਤ ਰਹਿਤ ਹੈ ਤੇਈ। ਪਰ ਉਹ ਵੀ ਸੰਸਾਰ 'ਚ ਜਿਉਂਦੇ ਰਹਿੰਦੇ ਆ। ਜਿਹੜੇ ਅੰਨੇ ਹਨ, ਗੂੰਗੇ ਹਨ, ਬੋਲੇ ਹਨ, ਉਹ ਵੀ ਤਾਂ ਜਿਉਂਦੇ ਰਹਿੰਦੇ ਹਨ। ਇਨ ਤੇ ਆਤਮ ਲਖੀਏ ਨਿਆਰੋ। ਇਸ ਕਰਕੇ ਜਿਹੜੀ ਤੇਰੀ ਆਤਮਾ ਹੈ, ਉਹ ਇਹਨਾਂ ਇੰਦਰੀਆਂ ਤੋਂ ਨਿਆਰੀ ਹੈ, ਉਹ ਇਹਨਾਂ ਇੰਦਰੀਆਂ ਤੋਂ ਵੱਖਰੀ ਹੈ। ਇਹ ਇੰਦਰੀਆਂ ਤੇਰਾ ਸਵਰੂਪ ਨਹੀਂ ਹਨ। ਇੰਦਰੀਏ ਤਨ ਤੇ ਜੌਨ ਆਧਾਰੋ। ਉਹ ਇਹਨਾਂ ਇੰਦਰੀਆਂ ਦਾ ਆਸਰਾ ਹੈ, ਜਿਹੜਾ ਤੇਰਾ ਆਤਮ ਸਵਰੂਪ ਹੈ। ਨਿਜ ਤਤ ਕੋ ਰਖੀਕ ਗੁਣ ਗ੍ਰਾਹੀ। ਕਿਉਂਕਿ ਇਹ ਜਿਹੜੀਆਂ ਇੰਦਰੀਆਂ ਨੇ, ਆਪਣੇ ਆਪਣੇ ਤੱਤ ਨੂੰ ਗ੍ਰਹਿਣ ਕਰਦੀਆਂ ਨੇ। ਜਿਸ ਜਿਸ ਤੱਤ ਤੋਂ ਇੰਦਰੀਆਂ ਬਣੀਆਂ ਨੇ, ਇਹ ਉਸੇ ਤੱਤ ਨੂੰ ਗ੍ਰਹਿਣ ਕਰਦੀਆਂ ਹਨ। ਨਭ ਕੋ ਸ਼ਬਦ ਸ਼ਰਵਣ ਗ੍ਰਹਿ ਤਾਹੀ। ਜਿਹੜੇ ਕੰਨ ਨੇ, ਆਕਾਸ਼ ਤੱਤ ਤੋਂ ਬਣੇ ਆ। ਕੰਨ ਜਿਹੜੇ ਨੇ, ਇਹ ਆਕਾਸ਼ ਤੇ ਵਾਯੂ ਦੇ ਹਿੱਸੇ ਤੋਂ ਬਣੇ ਨੇ। ਇਸ ਕਰਕੇ ਜਿਹੜੇ ਕੰਨ ਨੇ, ਸ਼ਬਦ ਨੂੰ ਗ੍ਰਹਿਣ ਕਰਦੇ ਹਨ। ਤੁਚਾ ਵਾਓ ਕੀ ਇੰਦਰੀਏ ਜਾਨ। ਤੇ ਜਿਹੜੀ ਸਾਡੀ ਚਮੜੀ, ਇਹ ਹਵਾ ਤੋਂ ਬਣੀ ਹੈ। ਇਸ ਕਰਕੇ ਹਵਾ ਨੂੰ ਸਪਰਸ਼ ਕਰਦੀ ਹੈ ਕਿ ਹਵਾ ਠੰਡੀ ਹੈ, ਗਰਮ ਹੈ। ਕਹਿੰਦੇ ਹਵਾ ਤੋਂ ਬਣੀ ਹੋਈ, ਹਵਾ ਤੱਤ ਤੋਂ ਸਾਡੀ ਚਮੜੀ ਬਣੀ ਹੈ। ਤੇਹ ਕੋ ਵਿਸ਼ੈ ਸਪਰਸ਼ ਪਛਾਨ। ਇਸ ਕਰਕੇ ਇਹਦਾ ਵਿਸ਼ਾ ਹੈ ਸਪਰਸ਼। ਖਾਲਸਾ ਜੀ, 5 ਸਥੂਲ ਤੱਤ ਨੇ, 5 ਸੂਖਮ ਤੱਤ ਨੇ। 5 ਸਥੂਲ ਤੱਤ ਕਿਹੜੇ ਨੇ? ਆਕਾਸ਼, ਜਲ, ਵਾਯੂ, ਧਰਤੀ ਤੇ ਅਗਨੀ। ਇਹ 5 ਨੇ ਸਥੂਲ ਤੱਤ। ਇਹਦੇ 5 ਸੂਖਮ ਤੱਤ ਨੇ ਜਿਨ੍ਹਾਂ ਤੋਂ ਇਹ ਬਣੇ ਨੇ। ਸੂਖਮ ਤੱਤ ਕਿਹੜੇ ਨੇ? 5। ਸ਼ਬਦ, ਸਪਰਸ਼, ਰੂਪ, ਰਸ, ਗੰਧ। ਆਕਾਸ਼ ਦਾ ਵਿਸ਼ਾ ਹੈ ਸ਼ਬਦ, ਹਵਾ ਦਾ ਵਿਸ਼ਾ ਹੈ ਸਪਰਸ਼, ਅਗਨੀ ਦਾ ਵਿਸ਼ਾ ਹੈ ਰੂਪ, ਧਰਤੀ ਦਾ ਵਿਸ਼ਾ ਹੈ ਗੰਧ। ਇਸੇ ਤਰ੍ਹਾਂ ਜਲ ਦਾ ਵਿਸ਼ਾ ਹੈ ਰਸ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ 5 ਸੂਖਮ ਤੱਤ ਨੇ। ਔਰ ਸਥੂਲ ਤੱਤ ਨੇ ਆਕਾਸ਼, ਜਲ, ਵਾਯੂ ਆਦਿ ਕੇ। ਆਕਾਸ਼, ਇਹ 5 ਸਥੂਲ ਤੱਤ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਤੱਤ ਤੋਂ ਜਿਹੜਾ ਇੰਦਰੀ ਬਣੀ ਹੈ, ਉਹ ਉਸੇ ਵਿਸ਼ੇ ਨੂੰ ਗ੍ਰਹਿਣ ਕਰਦੀ। ਜਿਵੇਂ ਕੰਨ, ਇਹ ਸ਼ਬਦ ਨੂੰ ਗ੍ਰਹਿਣ ਕਰਦੇ, ਆਕਾਸ਼ ਤੋਂ ਬਣੇ ਨੇ। ਚਮੜੀ, ਇਹ ਹਵਾ ਤੋਂ ਬਣੀ ਹੈ, ਇਹ ਸਪਰਸ਼ ਨੂੰ ਗ੍ਰਹਿਣ ਕਰਦੀ ਹੈ। ਹਾਂਜੀ। ਜਿਹੇ ਸੁਭਾਉ ਤਾਂ ਕੋ ਸੋ ਗਹਿਈ। ਜਿਸ ਜਿਸ ਇੰਦਰੀ ਦਾ ਜਿਹੜਾ ਜਿਹੜਾ ਸੁਭਾਅ ਹੈ, ਵਿਸ਼ਾ ਹੈ, ਜਿਹੜੇ ਉਹ ਤੱਤ ਤੋਂ ਬਣੀਆਂ, ਉਸੇ ਨੂੰ ਗ੍ਰਹਿਣ ਕਰਦੀ ਹੈ। ਬਾਦ ਅਹੰਤਾ ਤੂੰ ਕਿਉ ਲਹਈ। ਹੇ ਰਾਏ ਬੁਲਾਰ, ਤੂੰ ਇਹ ਬਾਦ ਵਿਅਰਥ ਹੰਗਤਾ ਇਹਨਾਂ ਇੰਦਰੀਆਂ ਵਿੱਚ ਕਿਉਂ ਧਾਰਨ ਕਰਦਾ ਹੈ? ਚਖ ਅਗਨੀ ਕੀ ਗੁਣ ਤਹਿ ਰੂਪਾ। ਇਹ ਜਿਹੜੀਆਂ ਅੱਖਾਂ ਨੇ, ਅਗਨੀ ਤੱਤ ਤੋਂ ਬਣੀਆਂ ਨੇ। ਅਗਨੀ, ਕੱਲ ਵੀ ਬੇਨਤੀ ਕੀਤੀ ਸੀ ਨਾ ਵੀ 5 ਤੱਤਾਂ ਦਾ ਪੰਚੀਕ੍ਰਿਤ ਹੋਇਆ, ਉਹਦੇ ਤੋਂ ਇਹ ਸਾਰੀਆਂ ਸਰੀਰ ਦੀਆਂ ਘਾੜਤਾਂ ਘੜੀਆਂ ਪਰਮੇਸ਼ਰ ਨੇ। ਤੇ ਅਗਨੀ ਦੇ ਤੱਤ ਤੋਂ ਮਹਾਰਾਜ ਜੀ ਕਹਿੰਦੇ ਅੱਖਾਂ ਬਣੀਆਂ ਹਨ। ਤੇ ਅਗਨੀ ਤੱਤ ਦਾ ਸੂਖਮ ਤੱਤ ਕਿਹੜਾ ਹੈ? ਰੂਪ। ਇਸ ਕਰਕੇ ਅੱਖਾਂ ਰੂਪ ਦਾ ਗਿਆਨ ਗ੍ਰਹਿਣ ਕਰਦੀਆਂ ਨੇ। ਹਾਂਜੀ।
ਸੋ ਤਿਹ ਗਹਿ ਸਮਝੀਏ ਭੂਪਾ। ਇਹ ਅਗਨੀ ਤੱਤ ਤੋਂ ਅੱਖਾਂ ਬਣੀਆਂ ਨੇ, ਇਸ ਕਰਕੇ ਰੂਪ ਨੂੰ ਵਿਸ਼ੇ ਕਰਦੀਆਂ ਨੇ, ਰੂਪ ਦੇ ਗਿਆਨ ਨੂੰ ਗ੍ਰਹਿਣ ਕਰਦੀਆਂ ਹਨ। ਜਲ ਕੀ ਜੀਹ ਸੋ ਰਸ ਗੁਣ ਤਾਹੀ। ਇਹ ਜਿਹੜੀ ਸਾਡੀ ਜ਼ੁਬਾਨ ਹੈ ਰਸਨਾ, ਇਹ ਵੇਖੋ ਪਾਰਬ੍ਰਹਮ ਪਰਮੇਸ਼ਰ ਦੀ ਅਦਭੁਤ ਰਚਨਾ ਹੈ। ਇੰਦਰੀ ਇੱਕ ਹੈ ਪਰ ਕੰਮ ਦੋ ਕਰਦੀ ਹੈ। ਕਰਮ ਇੰਦਰੀ ਵੀ ਹੈ, ਗਿਆਨ ਇੰਦਰੀ ਵੀ ਹੈ। ਅੱਖਾਂ ਦੋ ਨੇ, ਕੰਮ ਇੱਕੋ ਹੀ ਕਰਦੀਆਂ ਨੇ ਵੇਖਣ ਦਾ। ਨਾਸਕਾ ਦੇ ਛਿਦਰ ਦੋ ਨੇ, ਕੰਮ ਇੱਕੋ ਹੀ ਕਰਦੇ ਆ। ਕੰਨ ਦੋ ਨੇ, ਕੰਮ ਇੱਕੋ ਹੀ ਕਰਦੇ ਆ ਸੁਣਨ ਦਾ। ਹੱਥ ਦੋ ਨੇ, ਕੰਮ ਇੱਕੋ ਹੀ ਪਕੜਨ ਦਾ ਕਰਦੇ ਆ। ਪਰ ਰਸਨਾ ਪਰਮੇਸ਼ਰ ਨੇ ਇੱਕ ਬਣਾਈ ਆ, ਇਹਦੇ ਕੰਮ ਦੋ ਨੇ। ਇਹ ਬੋਲਣ ਦਾ ਕੰਮ ਵੀ ਕਰਦੀ ਹੈ, ਇਸ ਕਰਕੇ ਕਰਮ ਇੰਦਰੀ ਹੈ। ਇਹ ਗਿਆਨ ਨੂੰ ਵੀ ਗ੍ਰਹਿਣ ਕਰਦੀ ਹੈ, ਵੀ ਇਹ ਮਿੱਠਾ ਹੈ, ਇਹ ਕੌੜਾ, ਇਹ ਸਲੂਣਾ, ਉਹਦਾ ਗਿਆਨ ਵੀ ਹੈ, ਇਸ ਕਰਕੇ ਗਿਆਨ ਇੰਦਰੀ ਵੀ ਹੈ। ਤੋ ਮਹਾਰਾਜ ਜੀ ਕਹਿੰਦੇ ਜਿਹੜੀ ਇਹ ਰਸਨਾ ਹੈ, ਇਹ ਰਸਨਾ ਬਣੀ ਹੈ ਪਾਣੀ ਤੋਂ, ਔਰ ਇਹਦਾ ਗੁਣ ਹੈ ਰਸ। ਜਾਨੋ ਵਿਸ਼ੈ ਸਾਧ ਕੋ ਗ੍ਰਾਹੀ। ਇਹ ਵਿਸ਼ੇ, ਇਹਦਾ ਵਿਸ਼ਾ ਹੈ ਸਵਾਦ ਲੈਣਾ। ਸਵਾਦ ਕੀ ਹੁੰਦਾ? ਕਿਉਂਕਿ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਰਸ ਲੈਂਦੀ ਹੈ, ਇਹ ਸਵਾਦ ਦੇ ਗੁਣ ਨੂੰ ਗ੍ਰਹਿਣ ਕਰਦੀ ਹੈ। ਛਿਤ ਕੀ ਘ੍ਰਾਣ ਗੰਧ ਗੁਣ ਜਾਨ। ਸਾਡੀ ਜਿਹੜੀ ਨੱਕ ਹੈ ਇਹ ਧਰਤੀ ਤੋਂ ਬਣੀ ਹੈ, ਤੇ ਛਿਤ ਦਾ ਧਰਤੀ ਦਾ ਗੁਣ ਹੈ ਗੰਧ। ਇਹਦੇ ਚੋਂ ਗੰਧ ਆਉਂਦੀ ਹੈ, ਇਹ ਮਿੱਟੀ ਵਿੱਚੋਂ ਵੀ ਗੰਧ ਪੈਦਾ ਹੁੰਦੀ ਹੈ। ਤੋ ਧਰਤੀ ਤੋਂ ਬਣੀ ਹੋਣ ਕਰਕੇ ਨੱਕ ਇਹ ਗੰਧ ਨੂੰ ਗ੍ਰਹਿਣ ਕਰਦੀ ਹੈ, ਵੀ ਇਹ ਦੁਰਗੰਧੀ ਹੈ ਜੀ, ਇਹ ਸੁਗੰਧੀ ਹੈ ਜੀ, ਇਹ ਫੁੱਲਾਂ ਦੀ ਵਾਸ਼ਨਾ ਹੈ, ਇਹ ਰੂੜੀ ਦੀ ਵਾਸ਼ਨਾ ਹੈ। ਇਦਾਂ ਇਸ ਨੱਕ ਨੂੰ ਗੰਧ ਦਾ ਗਿਆਨ ਹੁੰਦਾ। ਇਹ ਧਰਤੀ ਦੇ ਤੱਤ ਤੋਂ ਬਣੀ ਹੈ, ਔਰ ਇਸ ਗੰਧ ਦੇ ਵਿਸ਼ੇ ਨੂੰ ਗ੍ਰਹਿਣ ਕਰਦੀ ਹੈ। ਗਹੇ ਸੋ ਤਾਂ ਕੋ ਲਿਹੋ ਪਛਾਨ। ਇਹਦਾ ਵਿਸ਼ਾ ਗੰਧ ਹੈ, ਉਸੇ ਨੂੰ ਗ੍ਰਹਿਣ ਕਰ ਲੈਂਦੀ। ਇਸ ਕਰਕੇ ਤੱਤਾਂ ਦੇ ਹੀ ਨੇ ਇਹ ਜਿਹੜੀਆਂ ਇੰਦਰੀਆਂ ਨੇ ਨਾ, ਤੱਤਾਂ ਦੇ ਵਿੱਚ ਹੀ ਮਿਲ ਜਾਣੀਆਂ ਹਨ। ਅਸ ਇਨ ਸਹਿਜ ਸੁਭਾਏ ਵਿਚਾਰੋ। ਐਸਾ ਗਿਆਨ ਸਹਿਜ ਸੁਭਾਏ ਨਾ ਇੰਦਰੀਆਂ ਦਾ ਵਿਚਾਰੋ। ਆਪਨ ਅਹੰਤਾ ਕਿਉ ਤੁਮ ਤਹਾਰੋ। ਇਹਨਾਂ ਇੰਦਰੀਆਂ ਦਾ ਜਿਹੜਾ ਜਿਹੜਾ ਵਿਸ਼ਾ ਹੈ ਉਹਨੂੰ ਗ੍ਰਹਿਣ ਕਰਦੀਆਂ ਨੇ। ਤੂੰ ਇਹਦੇ ਵਿੱਚ ਆਪਣੀ ਹੰਗਤਾ ਕਰਕੇ ਆਪਣਾ ਰੂਪ ਕਿਉਂ ਮੰਨਦਾ ਰਾਏ ਬੁਲਾਰ? ਤੁਸੀਂ ਇਹਦਾ ਰੂਪ ਕਿਵੇਂ ਹੋ ਸਕਦੇ ਹੋ? ਇਹ ਤਾਂ ਜਿਹੜੇ ਜਿਹੜੇ ਵਿਸ਼ੇ ਦੇ ਹੈਨ, ਜਿਸ ਜਿਸ ਤੱਤ ਤੋਂ ਬਣੇ ਨੇ, ਉਸੇ ਵਿਸ਼ੇ ਨੂੰ ਇਹ ਗ੍ਰਹਿਣ ਕਰਦੀਆਂ ਹਨ। ਸਭ ਰਖੀਕ ਲਖੀਏ ਦੁਖ ਕੂਪਾ। ਮਹਾਰਾਜ ਜੀ ਕਹਿੰਦੇ ਜਿਹੜੀਆਂ ਸਾਰੀਆਂ ਇੰਦਰੀਆਂ ਨੇ, ਇਉਂ ਜਾਣ ਲੈ ਵੀ ਇਹ ਦੁੱਖ ਦਾ ਖੂਹ ਹਨ। ਤੋਰ ਅਨੂਪ ਆਨੰਦ ਅਨੂਪਾ। ਜਿਹੜਾ ਤੇਰਾ ਸਵਰੂਪ ਹੈ ਉਹ ਆਨੰਦਮਈ ਹੈ, ਤੂੰ ਦੁੱਖ ਰੂਪ ਨਹੀਂ ਹੈ। ਤੂੰ ਹੈ ਸਦਾ ਸੱਚ ਦਾ ਆਨੰਦ, ਸਰਬੰ ਪਰਨਾਸੀ। ਤੇਰਾ ਸਰੂਪ ਹੈ ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਤੇਰਾ ਸਰੂਪ ਤਾਂ ਇਹ ਹੈ। ਇਹ ਜਿਹੜੀਆਂ ਇੰਦਰੀਆਂ ਨੇ ਤਾਂ ਦੁੱਖ ਦਾ ਖੂਹ ਨੇ, ਇਹ ਜਿੱਧਰ ਭਜਦੀਆਂ ਨੇ ਉਧਰ ਦੁੱਖ ਹੀ ਗ੍ਰਹਿਣ ਕਰਦੀਆਂ ਨੇ। ਤੇ ਤੇਰਾ ਜਿਹੜਾ ਸਵਰੂਪ ਹੈ ਉਹ ਦੁੱਖਮਈ ਨਹੀਂ ਹੈ। ਹੇ ਰਾਏ ਬੁਲਾਰ, ਤੇਰਾ ਸਵਰੂਪ ਸਦਾ ਆਨੰਦ ਸਵਰੂਪ ਹੈ। ਸੁਨ ਗੋ ਅਹੰ ਬੁਲਾਰ ਬਿਸਾਰੀ। ਰਾਏ ਬੁਲਾਰ ਜੀ ਨੇ ਸਾਹਿਬ ਦੇ ਬਚਨ ਸੁਣੇ, ਸੁਣ ਕੇ ਇੱਕਦਮ ਇੰਦਰੀਆਂ ਤੋਂ ਮਮਤਾ ਦੂਰ ਹੋ ਗਈ। ਸਮਝ ਗਿਆ, ਹਾਂ ਮਹਾਰਾਜ ਮੈਂ ਇੰਦਰੀਆਂ ਨਹੀਂ ਹਾਂ। ਸੁਰਤ ਹੋਰ ਅੰਦਰ ਸੂਖਮ ਹੋ ਗਈ। ਪਹਿਲਾਂ ਬਾਹਰ ਸੀ ਸਥੂਲ ਤੇ, ਫਿਰ ਇੰਦਰੀਆਂ ਤੇ ਸੁਰਤ ਸੂਖਮ ਹੋਈ, ਹੁਣ ਹੋਰ ਸੂਖਮ ਹੋਈ ਸੁਰਤ, ਹੋਰ ਅੰਤਰਮੁਖੀ ਹੋਈ ਸੁਰਤ। ਕਿੱਥੇ ਜਾ ਕੇ ਟਿਕੀ? ਸੁਣੋ ਜੀ। ਪੁਨ ਸ਼੍ਰੀ ਗੁਰ ਸੋ ਗਿਰਾ ਉਚਾਰੀ। ਬੋਲਿਆ ਸਤਿਗੁਰੂ ਜੀ ਨੂੰ ਕਹਿਣ ਲੱਗਾ, ਨਹਿਰ ਖੀਕ ਹੈ ਮੋਰ ਸਰੂਪਾ। ਮਹਾਰਾਜ ਮੈਂ ਸਮਝ ਗਿਆ ਹਾਂ ਕਿ ਇਹ ਇੰਦਰੀਆਂ ਮੇਰਾ ਸਵਰੂਪ ਨਹੀਂ ਹਨ। ਜਾਨੋ ਮੈਂ ਹਾਂ ਪ੍ਰਾਨ ਅਨੂਪਾ। ਮਹਾਰਾਜ ਇਹ ਇੰਦਰੀਆਂ ਚੱਲਦੀਆਂ ਨੇ ਪ੍ਰਾਣਾਂ ਦੇ ਆਸਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਾਣਾਂ ਦੇ ਆਸਰੇ ਚੱਲਦੀਆਂ ਨੇ, ਪਰ ਮਹਾਰਾਜ ਮੇਰਾ ਸਵਰੂਪ ਪ੍ਰਾਣ ਹਨ। ਜਿਹੜੇ ਸਰੀਰ 'ਚ ਪ੍ਰਾਣ ਚੱਲ ਰਹੇ ਨੇ, ਸਾਹ ਚੱਲ ਰਹੇ ਨੇ, ਮਹਾਰਾਜ ਇਹ ਜਿਹੜੇ ਪ੍ਰਾਣ ਨੇ ਇਹ ਮੇਰਾ ਸਵਰੂਪ ਹਨ। ਜਬ ਲਓ ਪ੍ਰਾਣ ਰਹੈ ਤਨ ਜੀਵਤ। 5 ਪ੍ਰਕਾਰ ਦੇ ਪ੍ਰਾਣ ਮਹਾਂਪੁਰਸ਼ ਦੱਸਦੇ ਆ, ਪਾਨ, ਸਮਾਨ, ਵਿਦਿਆਨ, ਉਦਿਆਨ। ਇਸੇ ਤਰ੍ਹਾਂ 5 ਉਪ ਪ੍ਰਾਣ ਵੀ ਦੱਸੇ ਆ, ਕੁਰੁਕਲ, ਧਨੰਜੈ, ਦੇਵ, ਦਾਤਾ ਆਦਿਕ, ਉਹ ਵੀ 5 ਪ੍ਰਾਣ ਦੱਸੇ ਆ।
ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ ਇਹ ਜਿਹੜੇ ਪ੍ਰਾਣ ਨੇ ਇਹੀ ਮੈਨੂੰ ਮੇਰਾ ਸਵਰੂਪ ਜਾਪਦੇ ਹਨ, ਜਿਨ੍ਹਾਂ ਦੇ ਆਸ਼ਰਿਤ ਤੇ ਇੰਦਰੀਆਂ ਚੱਲਦੀਆਂ ਹਨ। ਨਿਕ ਸਜਾਏ ਤਬ ਮ੍ਰਿਤ ਪੁਨ ਥੀਵਤ। ਜਦੋਂ ਇਹ ਪ੍ਰਾਣ ਨਿਕਲ ਜਾਂਦੇ ਨੇ ਤੇ ਇਹ ਤਨ ਮੁਰਦਾ ਹੋ ਜਾਂਦਾ ਹੈ, ਇਹ ਸਰੀਰ ਮਿਰਤੂ ਹੋ ਕੇ ਡਿੱਗ ਪੈਂਦਾ ਹੈ। ਜੀਵਤ ਮਰਨਾ ਪ੍ਰਾਣ ਅਧੀਨਾ। ਜੀਵਣਾ ਤੇ ਮਰਨਾ ਇਹਨਾਂ ਪ੍ਰਾਣਾਂ ਦੇ ਆਸਰਿਤ ਹੈ, ਇਹਨਾਂ ਪ੍ਰਾਣਾਂ ਦੇ ਅਧੀਨ ਹੈ। ਜਾਂ ਤੇ ਸੋ ਸਰੂਪ ਨਿਜ ਚੀਨਾ। ਇਸ ਕਰਕੇ ਮਹਾਰਾਜ ਜੀ ਮੈਂ ਤਾਂ ਉਹ ਸਰੂਪ ਪ੍ਰਾਣਾਂ ਨੂੰ ਹੀ ਆਪਣਾ ਸਰੂਪ ਜਾਣ ਲਿਆ ਹੈ। ਦੁਖ ਸੁਖ ਕੋਈ ਅਨੁਭਵ ਜੇ ਸਮਾਹੀ। ਕਿਉਂਕਿ ਦੁੱਖ ਤੇ ਸੁੱਖ ਦਾ ਅਨੁਭਵ ਵੀ ਪ੍ਰਾਣਾਂ ਕਰਕੇ ਹੀ ਹੁੰਦਾ, ਜਿਹਦੇ ਚ ਪ੍ਰਾਣ ਚੱਲਦੇ ਨੇ ਉਸੇ ਨੂੰ ਦੁੱਖ ਤੇ ਸੁੱਖ ਦਾ ਅਨੁਭਵ ਹੁੰਦਾ ਹੈ। ਤਨ ਰਿਖੀਕ ਜਿਹੇ ਬਿਨ ਥਿਰ ਨਾਹੀ। ਇਹ ਤਨ ਤੇ ਇਹ ਇੰਦਰੀਆਂ ਪ੍ਰਾਣਾਂ ਤੋਂ ਬਿਨਾਂ ਇੱਕ ਖਿੰਨ ਵੀ ਥਿਰ ਨਹੀਂ ਰਹਿ ਸਕਦੀਆਂ। ਇਹ ਸਰੀਰ ਤੇ ਇੰਦਰੀਆਂ ਤਾਂ ਹੀ ਕੰਮ ਕਰਦੇ ਐ ਜੇ ਇਹਦੇ ਵਿੱਚ ਪ੍ਰਾਣ ਚੱਲਦੇ ਹਨ। ਪ੍ਰਾਣਾਂ ਤੋਂ ਬਿਨਾਂ ਨਾ ਇਹ ਸਰੀਰ ਕੰਮ ਕਰ ਸਕਦਾ ਹੈ, ਨਾ ਹੀ ਇਹ ਇੰਦਰੀਆਂ ਕੰਮ ਕਰ ਸਕਦੀਆਂ ਨੇ। ਖਾਓ ਅਸਨ ਮੈਂ ਪੀਵੋ ਪਾਨਾ। ਮੈਂ ਭੋਜਨ ਛਕਦਾ ਹਾਂ, ਮੈਂ ਪਾਣੀ ਪੀਂਦਾ ਹਾਂ, ਤਾਂ ਤੇ ਮਮ ਸਰੂਪ ਹੈ ਪ੍ਰਾਨਾ। ਉਹ ਇਹਨਾਂ ਪ੍ਰਾਣਾਂ ਕਰਕੇ ਹੀ ਹੁੰਦਾ ਹੈ। ਪ੍ਰਾਣ ਚੱਲਦੇ ਨੇ ਤਾਂ ਭੋਜਨ ਖਾਣਾ, ਪ੍ਰਾਣ ਚੱਲਦੇ ਨੇ ਮੈਂ ਤਾਂ ਪਾਣੀ ਪੀ ਰਿਹਾ। ਇਸ ਕਰਕੇ ਮਹਾਰਾਜ ਜੀ ਮੇਰਾ ਸਵਰੂਪ ਇਹ ਪ੍ਰਾਣ ਹੀ ਮੈਨੂੰ ਮੇਰਾ ਸਵਰੂਪ ਜਾਪਦੇ ਹਨ। ਹੇ ਰਾਜਨ ਜੇ ਪ੍ਰਾਣ ਅਨੂਪਾ। ਪਾਤਸ਼ਾਹ ਕਹਿੰਦੇ ਹੇ ਰਾਜਨ ਜੇ ਤੂੰ ਆਪਣੇ ਪ੍ਰਾਣਾਂ ਨੂੰ ਆਪਣਾ ਸਵਰੂਪ ਜਾਣਦਾ ਹੈ, ਸੋ ਪੀ ਨਹੀਂ ਹੈ ਤੋਰ ਅਨੂਪ ਸਰੂਪਾ। ਤੇ ਇਹ ਵੀ ਤੇਰਾ ਭੁਲੇਖਾ ਹੈ, ਕਿਉਂਕਿ ਇਹ ਪ੍ਰਾਣ ਵੀ ਤੇਰਾ ਸਵਰੂਪ ਨਹੀਂ ਹਨ। ਪਾਤਸ਼ਾਹ ਇਹਨੂੰ ਲੈ ਚਿੰਤਨ ਕਹਿੰਦੇ ਆ। ਮਹਾਂਪੁਰਸ਼ ਕਹਿੰਦੇ ਜਦੋਂ ਤੁਸੀਂ ਸਾਧਨਾ 'ਚ ਬੈਠਣਾ ਹੋਵੇ ਨਾ, ਨੇਤਰ ਮੁੰਦ ਕੇ, ਪਹਿਲੀ ਗੱਲ ਤਾਂ ਅਸੀਂ ਬਹਿੰਦੇ ਨਹੀਂ। ਚਲੋ ਜੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਆਦਤ ਬਣ ਜੇ ਬਹਿਣ ਦੀ, ਤੇ ਜਦੋਂ ਬੈਠਦੇ ਹੋ ਸਾਧਨਾ ਵਿੱਚ ਤੇ ਨੇਤਰ ਮੁੰਦ ਕੇ ਭੌਹਾਂ ਦੇ ਵਿਚਕਾਰ ਆਪਣਾ ਧਿਆਨ ਕੇਂਦਰਿਤ ਕਰਕੇ ਇਸ ਗੱਲ ਦਾ ਚਿੰਤਨ ਕਰੋ, ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਤੋਂ ਨਿਆਰਾ। ਫਿਰ ਅੱਗੇ ਆਉਣਗੀਆਂ, ਫਿਰ ਇੰਦਰੀਆਂ ਤੇ ਸੁਰਤ ਆਏਗੀ, ਫਿਰ ਮੈਂ ਇੰਦਰੀਆਂ ਵੀ ਨਹੀਂ ਹਾਂ, ਮੈਂ ਇਹਨਾਂ ਤੋਂ ਨਿਆਰਾ ਹਾਂ। ਫਿਰ ਪ੍ਰਾਣਾਂ ਤੇ ਆਵਾਂਗੇ ਵੀ ਮੈਂ ਪ੍ਰਾਣ ਵੀ ਨਹੀਂ ਹਾਂ। ਫਿਰ ਅੱਗੇ ਅੱਗੇ ਚੱਲੇਗੀ ਯਾਤਰਾ। ਇਹਨੂੰ ਲੈ ਚਿੰਤਨ ਕਹਿੰਦੇ ਆ। ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਮਹਾਂਪੁਰਸ਼, ਸਾਡੇ ਸਰੀਰ ਤੇ ਕੰਡਾ ਚੁੱਭੇ ਸਾਨੂੰ ਪੀੜਾ ਹੁੰਦੀ, ਉਹ ਬੰਦ-ਬੰਦ ਕੱਟਿਆ ਜਾਂਦਾ ਤੇ ਸੀ ਨਹੀਂ ਕਹਿੰਦੇ। ਉਹਦਾ ਕਾਰਨ ਕੀ ਸੀ? ਉਹ ਸਰੀਰ ਤੋਂ ਨਿਆਰੇ ਹੋ ਗਏ ਸਨ। ਸਰੀਰ 'ਚ ਰਹਿੰਦੇ ਹੋਏ ਵੀ ਉਹਨਾਂ ਨੇ ਜਾਣ ਲਿਆ ਸੀ ਇਹ ਸਰੀਰ ਮੈਂ ਨਹੀਂ ਹਾਂ, ਜੋ ਮੈਂ ਹਾਂ ਉਹਨੂੰ ਇਹ ਤਲਵਾਰਾਂ ਕੱਟ ਨਹੀਂ ਸਕਦੀਆਂ, ਇਹ ਸ਼ਸਤਰ ਕੱਟ ਨਹੀਂ ਸਕਦੇ। ਤੂੰ ਇਹੋ ਜਿਹਾ ਚਿੰਤਨ ਹੋ, ਇਹਨੂੰ ਲੈ ਚਿੰਤਨ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਹੇ ਰਾਏ ਬੁਲਾਰ ਤੂੰ ਪ੍ਰਾਣ ਵੀ ਨਹੀਂ ਹੈ। ਜਾਗਰਤ ਸੁਪਨ ਸੁਖੋ ਪਤ ਮਾਹੀ। ਮਹਾਰਾਜ ਜੀ ਕਹਿੰਦੇ ਤਿੰਨ ਅਵਸਥਾਵਾਂ ਹੁੰਦੀਆਂ ਨੇ, ਜਾਗਰਤ, ਸੁਵਪਨ, ਸੁਖੋਪਤੀ। ਹੁਣ ਆਪਾਂ ਜਾਗ ਰਹੇ ਹਾਂ, ਮੰਜੇ ਤੇ ਪੈ ਗਏ, ਅੱਖਾਂ ਬੰਦ ਕੀਤੀਆਂ, ਸੁਪਨਾ ਚੱਲ ਪਿਆ, ਉਹਨੂੰ ਕਹਿੰਦੇ ਸੁਪਨਾ, ਸੁਵਪਨ ਅਵਸਥਾ। ਗੂੜੀ ਨੀਂਦ ਆ ਗਈ, ਜਿਹਦੇ ਸੁਪਨਾ ਵੀ ਨਾ ਦਿਸੇ ਉਹਨੂੰ ਕਹਿੰਦੇ ਨੇ ਸੁਖੋਪਤੀ, ਗੂੜੀ ਨੀਂਦ। ਇਹ ਤਿੰਨ ਅਵਸਥਾਵਾਂ 'ਚ ਅਸੀਂ ਵਿਚਰਦੇ ਹਾਂ, ਜਾਗਰਤ, ਸੁਵਪਨ, ਸੁਖੋਪਤੀ। ਹਾਂਜੀ, ਤਿੰਨ ਹੈ ਸਥਿਰਤਾ ਕਬ ਹੂੰ ਨਾਹੀ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਵੀ ਇਹ ਪ੍ਰਾਣ ਸਥਿਰ ਨਹੀਂ ਰਹਿੰਦੇ। ਇਨ ਸਮਾਨ ਨਹਿ ਤੇਰੀ ਰੀਤਾ। ਮਹਾਰਾਜ ਜੀ ਕਹਿੰਦੇ ਜਿਹੜਾ ਸਵਰੂਪ ਤੇਰਾ ਬਦਲਦਾ ਰਹੇ ਉਹ ਤੇਰਾ ਕਿਵੇਂ ਹੋ ਸਕਦਾ? ਕਿਉਂਕਿ ਤੇਰਾ ਸਵਰੂਪ ਤਾਂ ਬਦਲਦਾ ਹੀ ਨਹੀਂ ਹੈ, ਉਹ ਤਾਂ ਸਦਾ ਸਥਿਰ ਹੈ। ਇਹ ਪ੍ਰਾਣ ਤਾਂ ਤਿੰਨਾਂ ਅਵਸਥਾਵਾਂ 'ਚ ਬਦਲਦੇ ਹੈ। ਜਾਗਰਤ ਵਿੱਚ ਜੋ ਕੰਮ ਕਰ ਰਹੇ ਨੇ, ਸੁਪਨੇ ਵਿੱਚ ਹੋਰ ਹੈ, ਸੁਖੋਪਤੀ ਵਿੱਚ ਹੋਰ ਹੈ। ਹਾਂਜੀ, ਇਨ ਤੇ ਆਪ ਲਖ ਹੋ ਵਿਪਰੀਤਾ। ਮਹਾਰਾਜ ਜੀ ਕਹਿੰਦੇ ਤੂੰ ਇਹਨਾਂ ਤੋਂ ਵਿਪਰੀਤ ਹੈ, ਤੂੰ ਇਹਨਾਂ ਤੋਂ ਉਲਟ ਹੈ। ਜਾਗਰਤ ਸੁਪਨ ਭੋਗ ਸ਼ਰਮ ਪਾਵਾ। ਮਹਾਰਾਜ ਜੀ ਕਹਿੰਦੇ ਜਾਗਦਿਆਂ, ਸੁਪਨ ਦੇ ਵਿੱਚ ਜਾਂ ਹੋਰ ਸੰਸਾਰ ਦੇ ਅਨੇਕ ਪ੍ਰਕਾਰ ਦੇ ਥਕੇਵੇਂ ਨੂੰ ਪ੍ਰਾਪਤ ਕਰਕੇ ਬਾਹਰ ਸੁਖੋਪਤ ਮਾਹੇ ਸਿਧਾਵਾ। ਕਹਿੰਦੇ ਇਹ ਜੀਵ ਗੂੜੀ ਨੀਂਦ 'ਚ ਚਲਾ ਜਾਂਦਾ। ਜਦੋਂ ਜਾਗਦਿਆਂ ਕੰਮ ਕਰਦਾ ਹੈ, ਸੁਪਨ ਤੋਂ ਫਿਰ ਇਹ ਥਕੇਵਾਂ ਜਦੋਂ ਪੂਰਾ ਹੁੰਦਾ ਹੈ, ਉਦੋਂ ਸੁਖੋਪਤੀ ਦੀ ਅਵਸਥਾ ਵਿੱਚ ਚਲਿਆ ਜਾਂਦਾ ਹੈ। ਘਨਾ ਆਨੰਦ ਕੇ ਬੀਚ ਸਮਾਵੈ। ਉਦੋਂ ਇਹ ਘਣਾ ਆਨੰਦ ਦੇ ਵਿੱਚ ਇਹਦੀ ਬਿਰਤੀ ਸਮਾ ਜਾਂਦੀ ਹੈ।
ਜਦੋਂ ਪੂਰੀ ਗੂੜੀ ਨੀਂਦ 'ਚ ਚਲਾ ਜਾਂਦਾ ਹੈ, ਉੱਥੇ ਘਣਾ ਆਨੰਦ ਵਿੱਚ ਸਮਾ ਜਾਂਦਾ ਹੈ। ਬ੍ਰਿਤ ਵਿਹੀਨ ਨ ਆਵੇ ਜਾਵੇ, ਉੱਥੇ ਬਿਰਤੀ ਨਹੀਂ ਹੁੰਦੀ ਕੋਈ। ਜਦੋਂ ਸੁਖੋਪਤੀ 'ਚ ਚਲਾ ਜਾਂਦਾ ਉਦੋਂ ਕੋਈ ਬਿਰਤੀ ਹੁੰਦੀ ਹੀ ਨਹੀਂ। ਕਹਿੰਦਾ ਯਾਰ ਪਤਾ ਹੀ ਨਹੀਂ ਸੀ ਕਿੱਥੇ ਪਿਆ, ਗੂੜੀ ਨੀਂਦ 'ਚ ਚਲਾ ਗਿਆ। ਉੱਥੇ ਘਣਾ ਆਨੰਦ ਵਿੱਚ ਜਦੋਂ ਬਿਰਤੀ ਉੱਠਦੀ ਨਹੀਂ, ਜੋ ਹੈ ਸਦਾ ਅਚਲ ਅਨੂਪਾ। ਮਹਾਰਾਜ ਜੀ ਕਹਿੰਦੇ ਜੋ ਅਚਲ ਤੇ ਅਨੂਪ ਹੈ, ਸੋ ਉਰ ਲਖੀਏ ਆਪਨ ਸਰੂਪਾ। ਉਹ ਤੇਰਾ ਸਵਰੂਪ ਹੈ ਜਿਹੜਾ ਉਸ ਤੋਂ ਵੀ ਪਰੇ। ਜਦੋਂ ਜਾਗਦਾ ਹੈ ਤੇ ਜਾਗਣ ਤੋਂ ਬਾਅਦ ਕਹਿੰਦਾ ਹੈ, ਹਾਲਾਂਕਿ ਜਦੋਂ ਸੁੱਤਾ ਪਿਆ ਸੀ ਉਦੋਂ ਪਤਾ ਹੀ ਨਹੀਂ ਕਿੱਥੇ ਆ, ਪਰ ਜਦੋਂ ਜਾਗਦਾ ਉਦੋਂ ਕੀ ਕਹਿੰਦਾ? ਕਹਿੰਦਾ ਅੱਜ ਬੜੇ ਆਨੰਦ ਦੀ ਨੀਂਦ ਆਈ। ਉਦੋਂ ਨਾ ਪ੍ਰਾਣ ਰਹੇ ਸੀ ਉੱਥੇ, ਨਾ ਮਨ ਰਿਹਾ ਸੀ, ਨਾ ਬੁੱਧੀ ਰਹੀ ਸੀ। ਉਸ ਆਨੰਦ ਨੂੰ ਅਨੁਭਵ ਕਿਸ ਨੇ ਕੀਤਾ? ਉਸ ਆਨੰਦ ਨੂੰ ਜਾਣਿਆ ਕਿਸ ਨੇ? ਉਹਦਾ ਸਾਖੀ ਕੌਣ ਸੀ? ਉਹਦਾ ਸਾਖੀ ਸੀ ਸਾਡੇ ਅੰਦਰ ਵਰਤਣ ਵਾਲੀ ਚੇਤਨਾ ਆਤਮਾ। ਉਹ ਤੇਰਾ ਸਵਰੂਪ ਹੈ। ਮਹਾਰਾਜ ਜੀ ਕਹਿੰਦੇ ਹਾਂਜੀ। ਤੈਂ ਜੋ ਭਾਖੇ ਪ੍ਰਾਨ ਬਿਹੀਨਾ। ਮਹਾਰਾਜ ਜੀ ਕਹਿੰਦੇ ਤੁਸੀਂ ਜੋ ਰਾਏ ਜੀ ਆਖਿਆ ਵੀ ਪ੍ਰਾਣਾ ਤੋਂ ਬਿਨਾ ਦੇਹੀ ਇੰਦਰੀਏ ਥਿਰ ਨਹਿ ਚੀਨਾ। ਵੀ ਇਹ ਇੰਦਰੀਆਂ ਤੇ ਸਰੀਰ ਇਹ ਥਿਰ ਨਹੀਂ ਰਹਿੰਦੇ, ਇਹ ਪ੍ਰਾਣਾ ਦੇ ਆਸਰੇ ਚੱਲਦੇ ਹਨ। ਜਾਂ ਕੋ ਉੱਤਰ ਸੁਨਹੁ ਉਮੰਗਾ। ਮਹਾਰਾਜ ਜੀ ਕਹਿੰਦੇ ਇਹਦਾ ਵੀ ਜਵਾਬ ਸੁਣੋ, ਚਾਅ ਨਾਲ ਸੁਣੋ। ਅਹੈ ਜੀਵ ਕੋ ਪ੍ਰਾਨ ਤੁਰੰਗਾ। ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਾਣ ਨੇ ਨਾ, ਇਸ ਜੀਵ ਆਤਮਾ ਦੇ ਲਈ ਘੋੜੇ ਹਨ। ਇਹ ਜਿਹੜੇ ਪ੍ਰਾਣ ਨੇ ਨਾ, ਜੀਵ ਵਾਸਤੇ ਘੋੜਿਆਂ ਦੇ ਸਮਾਨ ਹਨ। ਤਾਂ ਪਰ ਹੋਇ ਆਰੂੜ ਪਰਲੋਕਾ। ਇਹਨਾਂ ਪ੍ਰਾਣਾਂ ਦੇ ਘੋੜਿਆਂ ਤੇ ਸਵਾਰ ਹੋ ਕੇ ਜਿਹੜੀ ਜੀਵ ਆਤਮਾ ਹੈ ਉਹ ਪਰਲੋਕ ਗਮਨ ਕਰਦੀ ਹੈ। ਜਾਏ ਸੰਬੰਧੀ ਹੋਤ ਸ਼ੋਕਾ। ਜਦੋਂ ਚਲੀ ਜਾਂਦੀ ਹੈ ਜੀਵ ਆਤਮਾ ਪ੍ਰਾਣਾਂ ਦੇ ਘੋੜਿਆਂ ਤੇ ਸਵਾਰ ਹੋ ਕੇ, ਤੇ ਇਹਦੇ ਸਰੀਰ ਦੇ ਜਿੰਨੇ ਸੰਬੰਧ ਹੁੰਦੇ ਨੇ ਉਹ ਦੁਖੀ ਹੁੰਦੇ ਨੇ। ਜਾਂ ਤੇ ਅਨੰਤ ਸਰੂਪ ਪਛਾਣੋ। ਇਸ ਕਰਕੇ ਤੇਰਾ ਸਵਰੂਪ ਕੋਈ ਹੋਰ ਹੈ, ਅਨੰਤ ਹੈ, ਵੱਖਰਾ ਹੈ। ਜਿਹ ਜਾਣੇ ਸਭ ਸੰਕਟ ਹਾਨੋ। ਜਿਹੜੇ ਪ੍ਰਾਣਾਂ ਦੇ ਉੱਤੇ ਸਵਾਰ ਹੋ ਕੇ ਗਈ ਹੈ ਨਾ ਆਤਮਾ, ਪ੍ਰਾਣ ਘੋੜੇ ਨੇ, ਉਹਨਾਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜਾਣ ਵਾਲੀ ਜਿਹੜੀ ਆਤਮਾ ਉਹ ਤੇਰਾ ਸਵਰੂਪ ਹੈ। ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹਨੂੰ ਪਛਾਣਨ ਦਾ ਯਤਨ ਕਰੋ। ਸੁਨ ਕਰ ਰਾਏ ਸ਼੍ਰੋਣ ਅਸ ਬਚਨਾ। ਮਹਾਰਾਜ ਜੀ ਦੇ ਬਚਨ ਰਾਏ ਬੁਲਾਰ ਜੀ ਨੇ ਸੁਣੇ। ਤਿਆਗੀ ਪ੍ਰਾਣ ਅਹੰ ਕੀ ਰਚਨਾ। ਸਮਝ ਲਿਆ ਕਿ ਪ੍ਰਾਣ, ਕਿਉਂਕਿ ਪ੍ਰਾਣਾਂ ਵਿੱਚ ਤਾਂ ਗਿਆਨ ਨਹੀਂ ਨਾ। ਅਸੀਂ ਜਾਗ ਰਹੇ ਹਾਂ, ਪ੍ਰਾਣ ਚੱਲ ਰਹੇ ਨੇ। ਸੌਂ ਗਏ ਗੂੜੀ ਨੀਂਦ ਵਿੱਚ, ਪ੍ਰਾਣ ਤਾਂ ਉਦੋਂ ਵੀ ਚੱਲ ਰਹੇ ਨੇ, ਪਰ ਉਦੋਂ ਪ੍ਰਾਣਾਂ ਨੂੰ ਤਾਂ ਨਹੀਂ ਨਾ ਪਤਾ, ਉਹ ਤਾਂ ਬਸ ਚੱਲ ਰਹੇ ਨੇ। ਇੱਕ ਧੌਂਕਣੀ ਜੀ ਅੰਦਰ ਟੁਰਦੀ ਚਲੀ ਜਾ ਰਹੀ ਹੈ। ਉਹਨਾਂ ਪ੍ਰਾਣਾਂ ਨੂੰ ਚੱਲਦਿਆਂ ਹੋਇਆਂ ਉਹਨਾਂ ਦਾ ਗਿਆਨ ਪ੍ਰਾਪਤ ਕਰਨ ਵਾਲਾ ਅੰਦਰ ਕੋਈ ਹੋਰ ਹੈ। ਕਦੇ ਤਾਂ ਨਹੀਂ ਕਹਿੰਦੇ ਵੀ ਮੈਂ ਪ੍ਰਾਣ ਹਾਂ, ਅਸੀਂ ਕਹਿੰਦੇ ਆ ਪ੍ਰਾਣ ਮੇਰੇ ਨਿਕਲਦੇ ਜਾਂਦੇ ਹੈ। ਇਹ ਦਰਦ ਨਾਲ ਮੇਰੀ ਜਾਨ ਨਿਕਲਦੀ ਜਾਂਦੀ ਹੈ, ਮੇਰੇ ਪ੍ਰਾਣ ਨਿਕਲਦੇ ਜਾਂਦੇ ਹੈ। ਯਾਨੀ ਕਿ ਕੋਈ ਹੋਰ ਹੈ ਜਿਹੜਾ ਇਹਨਾਂ ਪ੍ਰਾਣਾਂ ਨੂੰ ਵੇਖ ਰਿਹਾ ਹੈ। ਮਹਾਰਾਜ ਜੀ ਕਹਿੰਦੇ ਉਹ ਤੇਰਾ ਸਵਰੂਪ ਹੈ। ਬੋਲਿਓ ਜਗਤ ਲਖਿਓ ਸਭ ਕਾਚਾ। ਬੋਲਿਆ ਮਹਾਰਾਜ ਜੀ ਇਹ ਸਾਰਾ ਜਗਤ ਕੱਚਾ ਹੈ, ਬਿਨਸਣੇ ਵਾਲਾ ਹੈ। ਪ੍ਰਾਨ ਨਹੀਂ ਮੈਂ ਸਾਚ ਉਬਾਚਾ। ਮਹਾਰਾਜ ਬਿਲਕੁਲ ਆਪ ਜੀ ਨੇ ਸੱਚ ਕਿਹਾ, ਮੈਂ ਪ੍ਰਾਣ ਵੀ ਨਹੀਂ ਹਾਂ। ਮਨ ਸਰੂਪ ਮੈਂ ਆਪਣਾ ਜਾਣਾ। ਮਹਾਰਾਜ ਮੈਂ ਇਹਨਾਂ ਪ੍ਰਾਣਾਂ ਤੋਂ ਪਰੇ ਇੱਕ ਹੋਰ ਕੁਝ ਨਜ਼ਰ ਆ ਰਿਹਾ ਹੈ। ਮਹਾਰਾਜ ਜੀ ਉਹ ਮੈਨੂੰ ਦਿਸ ਰਿਹਾ ਮੇਰਾ ਮਨ। ਮਹਾਰਾਜ ਜੀ ਮੈਨੂੰ ਇਉਂ ਹੁਣ ਲੱਗਣ ਲੱਗ ਪਿਆ ਕਿ ਜਿਹੜਾ ਇਹ ਮੇਰਾ ਮਨ ਹੈ ਇਹੀ ਮੇਰਾ ਸਰੂਪ ਹੈ। ਜਿਹੜਾ ਮਨ ਹੈ ਉਹ ਪ੍ਰਾਣਾਂ ਤੋਂ ਪਰੇ ਤੇ ਫਿਰ ਮਨੋਮය ਕੋਸ਼ ਹੈ ਨਾ। ਇਹ 5 ਕੋਸ਼ ਹੁੰਦੇ ਆ, ਅੰਨਮय ਕੋਸ਼, ਪ੍ਰਾਣਮय ਕੋਸ਼, ਮਨੋਮय ਕੋਸ਼, ਫਿਰ ਇਹਦੇ ਤੋਂ ਪਰੇ ਹੈ ਵਿਗਿਆਨਮय ਕੋਸ਼, ਫਿਰ ਉਸ ਤੋਂ ਪਰੇ 5ਵਾਂ ਕੋਸ਼ ਨੂੰ ਕਹਿੰਦੇ ਨੇ ਆਨੰਦਮय ਕੋਸ਼। ਉਹਨਾਂ 5 ਕੋਸ਼ਾਂ ਦੇ ਵਿੱਚ ਫਿਰ ਅੱਗੇ ਹੈ ਆਤਮਾ। ਕੋਸ਼ ਨਾਮ ਤਲਵਾਰ ਦੇ ਮਿਆਨ ਦਾ ਹੈ। ਤਲਵਾਰ ਦਾ ਜਿਹੜਾ ਮਿਆਨ ਇਹਨੂੰ ਕੋਸ਼ ਕਹਿ ਦਿੰਦੇ ਆ। ਕਹਿੰਦੇ ਇੱਕ ਪੜਦਾ, ਉਹਦੇ ਤੇ ਦੂਸਰਾ, ਫਿਰ ਤੀਸਰਾ, ਫਿਰ ਚੌਥਾ, ਫਿਰ 5ਵਾਂ, ਫਿਰ ਉਹਦੇ ਵਿੱਚ ਆਤਮਾ। ਜਿਵੇਂ ਇੱਕ ਕੋਠਾ ਹੋਵੇ ਬਾਹਰ, ਫਿਰ ਉਹਦੇ 'ਚ ਦੂਜਾ ਕੋਠਾ, ਫਿਰ ਤੀਜਾ, ਫਿਰ ਚੌਥਾ, ਫਿਰ 5ਵਾਂ, ਫਿਰ ਉਹਦੇ ਵਿੱਚ ਕੋਈ ਬੈਠਾ ਹੋਵੇ।
ਇਹ 5 ਕੋਸ਼ ਨੇ। ਕਹਿਣ ਲੱਗਾ ਮਹਾਰਾਜ ਜੀ ਜੇ ਮੈਂ ਪ੍ਰਾਣ ਨਹੀਂ ਹਾਂ ਤੇ ਪ੍ਰਾਣਾ ਤੋਂ ਪਰੇ ਮੈਨੂੰ ਮੇਰਾ ਮਨ ਦਿਸਦਾ ਹੈ, ਇਹ ਮਨ ਮੇਰਾ ਸਵਰੂਪ ਹੈ। ਜਾਂ ਕੇ ਹੈ ਅਧੀਨ ਸਭ ਗਿਆਨਾ। ਕਿਉਂਕਿ ਇਹ ਸਾਰਾ ਗਿਆਨ ਮਨ ਦੇ ਅਧੀਨ ਹੈ। ਗਿਆਨ ਮਨ ਨੂੰ ਹੁੰਦਾ, ਇਹ ਸਾਰਾ ਗਿਆਨ ਮਨ ਦੇ ਅਧੀਨ ਹੈ। ਸਾਵਧਾਨ ਮਨ ਹੋਏ ਨਾ ਜੋਲੋ। ਇਹ ਮਨ ਜਦੋਂ ਤੱਕ ਸਾਵਧਾਨ ਨਹੀਂ ਹੁੰਦਾ, ਇਕਾਗਰ ਨਹੀਂ ਹੁੰਦਾ, ਗਿਆਨ ਉਪਾਵੈ ਕੋਏ ਨਾ ਤੋਲੋ। ਉਦੋਂ ਤੱਕ ਇਹਦੇ ਅੰਦਰ ਗਿਆਨ ਉਤਪਨ ਨਹੀਂ ਹੁੰਦਾ। ਮੈਂ ਸੰਕਲਪ ਕੀਓ ਅਸ ਭਾਂਤੀ। ਮਨ ਵਿੱਚ ਕੋਈ ਸੰਕਲਪ ਉੱਠਦਾ ਹੈ, ਕੋਈ ਵਿਕਲਪ ਉੱਠਦਾ ਤੇ ਉਹ ਮਨ ਨੂੰ ਗਿਆਨ ਹੁੰਦਾ ਹੈ। ਜਾਂ ਤੇ ਜੀਤੋ ਸਕਲ ਅਰਾਤੀ। ਮੈਂ ਮਨ 'ਚ ਸੰਕਲਪ ਕੀਤਾ ਵੀ ਮੈਂ ਦੁਸ਼ਮਣ ਜਿੱਤਣੇ ਆ, ਮੈਂ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਮਨ ਕੋ ਧਰਮ ਸੰਕਲਪ ਉਠਾਵਤ। ਮਨ ਦਾ ਧਰਮ ਹੈ ਸੰਕਲਪ ਨੂੰ ਪੈਦਾ ਕਰਨਾ, ਸੰਕਲਪ ਨੂੰ ਉਠਾਉਣਾ। ਸੋ ਸਭ ਆਪਨ ਮੈਂ ਲਖ ਪਾਵਤ। ਉਹ ਸਾਰੇ ਸੰਕਲਪ ਮੈਨੂੰ ਮੇਰੇ ਵਿੱਚ ਪ੍ਰਤੀਤ ਹੁੰਦੇ ਨੇ, ਇਸ ਕਰਕੇ ਮੈਨੂੰ ਏਦਾਂ ਜਾਪਦਾ ਕਿ ਮਨ ਹੀ ਮੇਰਾ ਸਰੂਪ ਹੈ। ਤਾਂ ਤੇ ਮਨ ਸਰੂਪ ਹੈ ਮੇਰੋ। ਇਸ ਕਰਕੇ ਮਹਾਰਾਜ ਜੀ ਮੇਰਾ ਸਵਰੂਪ ਮਨ ਹੈ। ਜਾਂ ਤੇ ਅਨੰਤ ਔਰ ਨਹਿ ਹੇਰੋ। ਮਨ ਤੋਂ ਪਰੇ ਮੈਨੂੰ ਕੁਝ ਹੋਰ ਨਜ਼ਰ ਨਹੀਂ ਆਉਂਦਾ। ਭੋ ਰਾਜਨ ਤੂੰ ਮਨ ਪੀ ਨਾਹੀ। ਪਾਤਸ਼ਾਹ ਕਹਿੰਦੇ ਨਾ ਜੀ ਨਾ ਰਾਏ ਬੁਲਾਰ, ਤੂੰ ਮਨ ਵੀ ਨਹੀਂ ਹੈ, ਇਹ ਮਨ ਵੀ ਤੂੰ ਨਹੀਂ ਹੈ। ਮੋਨ ਵਿਕਾਰ ਹੇਤ ਤੇ ਮਾਹੀ। ਕਿਉਂਕਿ ਮਨ 'ਚ ਤਾਂ ਵਿਕਾਰ ਪੈਦਾ ਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮਨ ਤਾਂ ਵਿਕਾਰੀ ਹੁੰਦਾ, ਇਹਦੇ 'ਚ ਤਾਂ ਵਿਕਾਰ ਪੈਦਾ ਹੁੰਦੇ। ਅੱਖਾਂ ਨਾਲ ਕੁਝ ਵੇਖਿਆ ਝੱਟ ਵਿਕਾਰੀ ਹੋ ਗਿਆ, ਕੰਨਾਂ ਨਾਲ ਕੁਝ ਸੁਣਿਆ ਤਾਂ ਵਿਕਾਰੀ ਹੋ ਗਿਆ। ਮਹਾਰਾਜ ਕਹਿੰਦੇ ਜਿਹੜਾ ਤੇਰਾ ਸਵਰੂਪ ਹੈ ਉਹਦਾ ਨਿਰਵਿਕਾਰ ਹੈ। ਜਿਹੜਾ ਤੇਰਾ ਸਵਰੂਪ ਨਿਰਵਿਕਾਰ ਹੈ ਤੇ ਮਨ ਵਿਕਾਰੀ ਹੈ, ਫਿਰ ਦੋਵੇਂ ਇੱਕ ਦੂਜੇ ਦੇ ਪ੍ਰਤੀਕੂਲ ਨੇ, ਉਲਟ ਨੇ। ਫਿਰ ਤੂੰ ਕਿਵੇਂ ਨਿਰਵਿਕਾਰੀ ਹੋ ਸਕਦਾ? ਇਹ ਮਨ ਵਿਕਾਰੀ ਹੈ। ਬਿਨਾ ਵਿਕਾਰ ਰੂਪ ਹੈ ਤੇਰੋ। ਜਿਹੜਾ ਤੇਰਾ ਸਵਰੂਪ ਹੈ ਉਹ ਵਿਕਾਰ ਤੋਂ ਬਿਨਾ ਹੈ, ਉਹਦੇ 'ਚ ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ। ਤਾਂ ਕੋ ਅਬਨੀ ਕੀ ਬਿਦ ਹੇਰੋ। ਮਹਾਰਾਜ ਜੀ ਕਹਿੰਦੇ ਉਹਦੇ ਵਾਸਤੇ ਇਸ ਤਰ੍ਹਾਂ ਸਮਝ ਲੈ, ਜਿਹਨੇ ਇਸ ਮਨ ਕੋ ਉਪਜਾਵਾ। ਮਹਾਰਾਜ ਜੀ ਕਹਿੰਦੇ ਜਿਸ ਨੇ ਇਸ ਮਨ ਨੂੰ ਪੈਦਾ ਕੀਤਾ, ਜਿਸ ਨੇ ਇਸ ਮਨ ਨੂੰ ਉਪਜਾਇਆ, ਸੋ ਸਰੂਪ ਤੂੰ ਸਦਾ ਸੁਹਾਵਾ। ਮਹਾਰਾਜ ਜੀ ਕਹਿੰਦੇ ਉਹ ਹੈ ਤੇਰਾ ਸਰੂਪ ਰਾਏ ਬੁਲਾਰ, ਜਿਸ ਨੇ ਇਸ ਮਨ ਨੂੰ ਪੈਦਾ ਕੀਤਾ। ਉਪਜਨ ਬਿਨਸਨ ਮਹਿ ਤੂੰ ਨਾਹੀ। ਇਹ ਮਨ ਤਾਂ ਉਪਜਦਾ ਬਿਨਸਦਾ, ਜਿਹੜਾ ਤੇਰਾ ਸਰੂਪ ਹੈ ਉਹ ਨਾ ਉਪਜਦਾ ਉਹ ਨਾ ਹੀ ਬਿਨਸਦਾ। ਨਿਤ ਏਕ ਰਸ ਲਖ ਔਰ ਮਾਹੀ। ਉਹ ਨਿਤ ਇੱਕ ਰਸ ਹੈ, ਉਹਨੂੰ ਆਪਣੇ ਹਿਰਦੇ 'ਚ ਜਾਣ। ਕਹਿਤ ਜੋਨ ਮੇਰੇ ਮਨ ਆਈ। ਮਹਾਰਾਜ ਜੀ ਕਹਿੰਦੇ ਜਿਹੜਾ ਅੰਦਰ ਕਹਿੰਦਾ ਨਾ ਮੇਰੇ ਮਨ 'ਚ ਏਦਾਂ ਖਿਆਲ ਆਇਆ, ਕਿਸੇ ਨੇ ਆਖਿਆ ਮੇਰੇ ਮਨ 'ਚ ਇਉਂ ਆਉਂਦੀ ਹੈ, ਮੇਰੇ ਮਨ 'ਚ ਏਦਾਂ ਦਾ ਫੁਰਨਾ ਆਇਆ, ਮੇਰੇ ਮਨ 'ਚ ਏਦਾਂ ਦੀ ਇੱਛਾ ਹੋਈ ਹੈ, ਤੇ ਜਿਹੜਾ ਉਹ ਅੰਦਰ ਕਹਿ ਰਿਹਾ ਨਾ ਵੀ ਮੇਰਾ ਮਨ ਏਦਾਂ ਕਹਿੰਦਾ, ਜਿਹੜਾ ਮਨ ਨੂੰ ਵੀ ਕਹਿੰਦਾ ਮੇਰਾ ਹੈ, ਯਾਨੀ ਕਿ ਮਨ ਤੋਂ ਪਰੇ ਵੀ ਕੁਝ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਨ ਨੂੰ ਕਹਿ ਰਿਹਾ ਹੈ ਵੀ ਮੇਰੇ ਮਨ 'ਚ ਇੱਛਾ ਹੋਈ, ਮੇਰੇ ਮਨ 'ਚ ਸੰਕਲਪ ਹੋਇਆ, ਮੇਰੇ ਮਨ 'ਚ ਫੁਰਨਾ ਹੋਇਆ, ਸ਼ਤਰੂ ਜੀ ਤੋਂ ਕਰੋ ਲੜਾਈ। ਤੇ ਮੇਰੇ ਮਨ 'ਚ ਖਿਆਲ ਆਇਆ ਜੀ ਮੈਂ ਦੁਸ਼ਮਣ ਜਿੱਤਣੇ, ਯਾਨੀ ਕਿ ਅੰਦਰ ਕੋਈ ਹੋਰ ਬੈਠਾ ਜਿਹੜਾ ਕਹਿ ਰਿਹਾ ਮੇਰੇ ਮਨ 'ਚ ਖਿਆਲ ਆਇਆ, ਉਹ ਜਿਹੜਾ ਮਨ ਤੋਂ ਵੀ ਪਰੇ ਉਹਨੂੰ ਮਨ ਨੂੰ ਵੇਖ ਰਿਹਾ। ਹਾਂਜੀ, ਜੋ ਪਾਖਤ ਮਨ ਕੋ ਮਨ ਮੇਰੋ। ਜਿਹੜਾ ਕਹਿ ਰਿਹਾ ਹੈ ਮਨ ਨੂੰ ਇਹ ਮੇਰਾ ਮਨ ਹੈ, ਸੋ ਸਰੂਪ ਆਪਨੋ ਤੁਮ ਹੇਰੋ। ਰਾਏ ਬੁਲਾਰੋ ਤੇਰਾ ਸਰੂਪ ਹੈ ਉਹਨੂੰ ਵੇਖ। ਮਨ ਕੀ ਗਤਾ ਗਤੀ ਜੋ ਜਾਣੈ। ਜਿਹੜਾ ਮਨ ਦੀ ਗਤੀ ਨੂੰ ਜਾਣਦਾ ਹੈ ਕਿ ਮਨ ਟਿਕਿਆ ਹੋਇਆ ਕਿ ਮਨ ਰੁਕਿਆ ਹੋਇਆ ਕਿ ਮਨ ਚੰਚਲ ਹੈ, ਮਨ ਕੀ ਕਰ ਰਿਹਾ, ਜਿਹੜਾ ਮਨ ਨੂੰ ਵੇਖ ਰਿਹਾ ਮਨ ਦਾ ਸਾਖੀ ਬਣ ਕੇ। ਸਵਯੰ ਪ੍ਰਕਾਸ਼ ਸਦਾ ਸੋ ਭਾਨੈ। ਜਿਸ ਨੂੰ ਸਵਯੰ ਪ੍ਰਕਾਸ਼ ਕਹਿੰਦੇ ਨੇ, ਸਹਿਭੰ ਕਹਿੰਦੇ ਨੇ, ਉਹ ਤੇਰਾ ਸਵਰੂਪ ਹੈ। ਸਾਧਨ ਜਿਉ ਨੈ ਨਾਦ ਰਿਖੀ ਕਾ। ਕਹਿੰਦੇ ਜਿਵੇਂ ਅੱਖਾਂ ਗਿਆਨ, ਅੱਖਾਂ ਇੰਦਰੀਆਂ ਇਹ ਸਰੀਰ ਦਾ ਸਾਧਨ ਹਨ, ਤਿਉ ਮਨ ਸਾਧਨ ਜਾਣੋ ਨੀਕਾ। ਇਸੇ ਤਰ੍ਹਾਂ ਇਹ ਮਨ ਵੀ ਸਾਧਨ ਹੈ, ਇਹ ਤੇਰਾ ਸਵਰੂਪ ਨਹੀਂ ਹੈ, ਇਹ ਮਨ ਵੀ ਤੇਰਾ ਸਾਧਨ ਹੈ। ਵਿਖਨ ਸੁਨਨ ਚਖ ਸ਼ਰੁਤ ਬਿਨ ਨਾਹੀ। ਕਹਿੰਦੇ ਜਿਵੇਂ ਅੱਖਾਂ ਬਿਨਾ ਕੰਨਾਂ ਬਿਨਾ ਵੇਖਣਾ ਸੁਣਨਾ ਨਹੀਂ ਹੁੰਦਾ, ਮਨ ਵਿਹੀਨ ਤਿਉ ਬ੍ਰਿਤ ਨਾ ਕਾਹੀ। ਏਦਾਂ ਮਨ ਬਿਨਾ ਬਿਰਤੀ ਨਹੀਂ ਪੈਦਾ ਹੁੰਦੀ।
ਮਨ 'ਚ ਬਿਰਤੀ ਪੈਦਾ ਹੁੰਦੀ ਹੈ ਨਾ। ਮਹਾਰਾਜ ਜੀ ਕਹਿੰਦੇ ਜਿਵੇਂ ਵੇਖਣਾ, ਸੁਣਨਾ ਤੇ ਚੱਖਣਾ ਇਹ ਇੰਦਰੀਆਂ ਬਿਨਾਂ ਨਹੀਂ ਹੁੰਦਾ। ਅੱਖਾਂ ਬਿਨਾਂ ਵੇਖਣਾ ਨਹੀਂ ਹੁੰਦਾ, ਕੰਨਾਂ ਬਿਨਾਂ ਸੁਣਨਾ ਨਹੀਂ ਹੁੰਦਾ, ਜ਼ੁਬਾਨ ਬਿਨਾਂ ਚੱਖਣਾ ਨਹੀਂ ਹੁੰਦਾ, ਚਮੜੀ ਬਿਨਾਂ ਸਪਰਸ਼ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮਨ ਤੋਂ ਬਿਨਾਂ ਬਿਰਤੀ ਉਤਪੰਨ ਨਹੀਂ ਹੁੰਦੀ। ਜਿਵੇਂ ਇਹ ਇੰਦਰੀਆਂ ਸਾਧਨ ਨੇ, ਇਸੇ ਤਰ੍ਹਾਂ ਮਨ ਵੀ ਬਿਰਤੀ ਨੂੰ ਪੈਦਾ ਕਰਨ ਵਿੱਚ ਸਾਧਨ ਹੈ। ਮਨ 'ਚ ਬਿਰਤੀ ਪੈਦਾ ਹੁੰਦੀ ਹੈ, ਇਹ ਕੇਵਲ ਬਿਰਤੀ ਨੂੰ ਪੈਦਾ ਕਰਨ ਵਾਲਾ ਸਾਧਨ ਹੈ। ਅਸ ਪ੍ਰਕਾਰ ਕੀ ਸੁਣ ਕਰ ਬਾਨੀ। ਮਹਾਰਾਜ ਜੀ ਦੇ ਪਾਵਨ ਬਚਨ ਰਾਏ ਬੁਲਾਰ ਜੀ ਨੇ ਸੁਣੇ। ਰਾਏ ਤਬੈ ਹੰਤਾ ਮਨ ਹਾਨੀ। ਰਾਏ ਬੁਲਾਰ ਜੀ ਦੇ ਹਿਰਦੇ ਚੋਂ ਮਨ ਦੀ ਹੰਗਤਾ ਵੀ ਦੂਰ ਹੋ ਗਈ ਕਿ ਜਿਹੜੀ ਬਿਰਤੀ ਮਨ 'ਚ ਉੱਠ ਕੇ ਇੰਦਰੀਆਂ ਦੁਆਰਾ ਬਾਹਰ ਜਾਂਦੀ ਸੀ। ਖਾਲਸਾ ਜੀ ਜਿਹੜਾ ਮਨ ਹੈ ਨਾ, ਇਹਨੂੰ ਮਹਾਂਪੁਰਸ਼ ਪੁਲ ਕਹਿੰਦੇ ਆ, ਸੇਤੂ। ਦੋ ਕੋਸ਼ ਬਾਹਰ ਨੇ, ਦੋ ਅੰਦਰ ਨੇ, ਤੇ ਵਿਚਕਾਰ ਹੈ ਮਨ, ਜਿਹਨੂੰ ਮਨੋਮය ਕੋਸ਼ ਕਹਿੰਦੇ। ਮਨੋਮය ਦੇ ਅੰਦਰਲੇ ਪਾਸੇ ਜਿਹੜੇ ਦੋ ਕੋਸ਼ ਨੇ ਉਹ ਨੇ ਵਿਗਿਆਨਮය ਕੋਸ਼ ਤੇ ਆਨੰਦਮय ਕੋਸ਼, ਤੇ ਮਨ ਦੇ ਬਾਹਰਲੇ ਪਾਸੇ ਜਿਹੜੇ ਦੋ ਕੋਸ਼ ਨੇ ਉਹ ਨੇ ਪ੍ਰਾਣਮय ਕੋਸ਼ ਤੇ ਅੰਨਮय ਕੋਸ਼। ਵਿਚਕਾਰ ਮਨ ਇਹਨਾਂ ਚਾਰਾਂ ਦੇ ਵਿੱਚ ਹੈ, ਉਹ ਪੁਲ ਹੈ। ਮਨ ਵਿੱਚੋਂ ਬਿਰਤੀ ਪੈਦਾ ਹੋਈ, ਜੇ ਉਹ ਤੇ ਬਾਹਰ ਨੂੰ ਗਈ ਤੇ ਪ੍ਰਾਣਾਂ ਵਾਲੇ ਪਾਸੇ ਤੇ ਸਥੂਲ ਸਰੀਰ ਵਾਲੇ ਪਾਸੇ ਤਾਂ ਬਾਹਰ ਚਲੀ ਗਈ। ਉਹੀ ਮਨ ਦੀ ਬਿਰਤੀ ਸ਼ਕਤੀ ਜਦੋਂ ਅੰਤਰਮੁਖੀ ਹੋਈ ਤੇ ਉਹਨੇ ਵਿਗਿਆਨਮय ਔਰ ਆਨੰਦਮय ਕੋਸ਼ ਨੂੰ ਵਿੰਨਿਆ ਤੇ ਆਤਮਾ ਵਿੱਚ ਜਾ ਕੇ ਜੋਤ ਸਰੂਪ ਹੋ ਗਈ, ਉਹਦੇ 'ਚ ਜਾ ਕੇ ਮਿਲ ਗਈ, ਆਪਣੇ ਆਪ ਨੂੰ ਵਿਸ਼ੇ ਕਰਨ ਲੱਗ ਪਈ। ਜਿਵੇਂ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਸ਼ੀਸ਼ਾ ਰੱਖਿਆ, ਮਨ 'ਚੋਂ ਬਿਰਤੀ ਉੱਠੀ, ਨੇਤਰਾਂ ਦੁਆਰਾ ਨਿਕਲੀ, ਸ਼ੀਸ਼ੇ 'ਚ ਗਈ, ਸ਼ੀਸ਼ੇ ਵਿੱਚ ਸਾਡਾ ਸਵਰੂਪ ਸਾਨੂੰ ਦਿਸਿਆ, ਆਪਣੇ ਹੀ ਸਵਰੂਪ ਦਾ ਗਿਆਨ ਮੁੜ ਕੇ ਉਲਟ ਕੇ ਸਾਡੇ ਅੰਦਰ ਆ ਗਿਆ। ਆਪਣੇ ਸਰੂਪ ਦਾ ਹੀ ਗਿਆਨ ਹੋਇਆ ਨਾ। ਔਰ ਬਿਰਤੀ ਉੱਠੀ ਵੀ ਮਨ 'ਚੋਂ, ਨੇਤਰਾਂ ਦੁਆਰਾ ਨਿਕਲੀ, ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖਿਆ ਤੇ ਆਪਣੇ ਸਵਰੂਪ ਦਾ ਗਿਆਨ ਪ੍ਰਾਪਤ ਕਰਕੇ ਅੰਦਰ ਫਿਰ ਚਲੀ ਗਈ। ਇਸੇ ਤਰ੍ਹਾਂ ਮਨ ਵਿੱਚ ਉੱਠੀ ਹੋਈ ਬਿਰਤੀ ਜਦੋਂ ਅੰਤਰਮੁਖੀ ਹੋਈ ਤਾਂ ਫਿਰ ਉਹ ਆਤਮਾ ਦੇ ਸਵਰੂਪ ਨੂੰ ਵੇਖ ਕੇ ਉਸੇ 'ਚ ਜਾ ਕੇ ਮਿਲ ਕੇ ਅਭੇਦ ਹੋ ਗਈ। ਉੱਥੇ ਫਿਰ ਮਨ ਸਮਾਪਤ ਹੋ ਜਾਂਦਾ, ਮਨ ਖਤਮ ਹੋ ਜਾਂਦਾ। ਮਹਾਰਾਜ ਜੀ ਕਹਿਣ ਲੱਗੇ ਰਾਏ ਨੂੰ ਕਿ ਤੂੰ ਮਨ ਨਹੀਂ ਹੈ। ਸਮਝ ਗਿਆ ਕਿ ਮੈਂ ਮਨ ਵੀ ਨਹੀਂ ਹਾਂ। ਕਰ ਵਿਚਾਰ ਪੁਨ ਬਚਨ ਉਚਾਰਾ। ਵਿਚਾਰ ਕਰਕੇ ਰਾਏ ਬੁਲਾਰ ਜੀ ਬੋਲੇ, ਮਨ ਨਹਿ ਮੇਰੋ ਰੂਪ ਉਦਾਰਾ। ਮਹਾਰਾਜ ਜੀ ਇਹ ਮਨ ਮੇਰਾ ਸਵਰੂਪ ਨਹੀਂ ਹੈ। ਇਸ ਤੇ ਪਰੈ ਬੁੱਧ ਹੈ ਜੋਈ। ਮਹਾਰਾਜ ਮਨ ਤੋਂ ਪਰੇ ਹੁਣ ਬੁੱਧੀ ਨਜ਼ਰ ਆਉਂਦੀ, ਮਨ ਤੋਂ ਪਰੇ ਬੁੱਧੀ ਨਜ਼ਰ ਆਉਂਦੀ, ਕਿਉਂਕਿ ਬੁੱਧੀ ਨਿਸ਼ਚਾ ਕਰਦੀ, ਮਨ ਫੁਰਨਾ ਕਰਦਾ, ਬੁੱਧੀ ਨਿਸ਼ਚਾ ਕਰਦੀ ਵੀ ਆਹ ਕਰਨਾ ਨਹੀਂ ਕਰਨਾ। ਹਾਂਜੀ, ਨਿਜ ਸਰੂਪ ਮੈਂ ਮਾਨਿਓ ਸੋਈ। ਮਹਾਰਾਜ ਜਿਹੜੀ ਬੁੱਧੀ ਹੈ ਮੈਨੂੰ ਉਹੀ ਮੇਰਾ ਸਵਰੂਪ ਨਜ਼ਰ ਆਉਂਦੀ ਆ, ਉਹਨੂੰ ਮੈਂ ਮੰਨਦਾ ਹਾਂ। ਨਿਸ਼ਚਾ ਕਰਨ ਧਰਮ ਬੁੱਧ ਕੇਰਾ। ਕਿਉਂਕਿ ਬੁੱਧੀ ਦਾ ਧਰਮ ਹੈ ਨਿਸ਼ਚਾ ਕਰਨਾ, ਉਹ ਨਿਸ਼ਚਾ ਕਰਦੀ ਹੈ। ਆਪਨ ਹੰਤਾ ਤਾਂ ਮਹਿ ਹੇਰਾ। ਇਸ ਕਰਕੇ ਬੁੱਧੀ ਵਿੱਚ ਮੈਨੂੰ ਮੇਰੀ ਹੰਗਤਾ ਨਜ਼ਰ ਆਉਂਦੀ ਹੈ। ਜਾਂ ਤੇ ਪਰੈ ਨਾ ਜਾਣਿਓ ਜਾਈ। ਇਸ ਕਰਕੇ ਬੁੱਧੀ ਤੋਂ ਪਰੇ ਕੀ ਹੈ ਉਹ ਮਹਾਰਾਜ ਮੈਨੂੰ ਨਹੀਂ ਸਮਝ ਆ ਰਿਹਾ, ਉਹਦੇ ਤੋਂ ਪਰੇ ਮੇਰੇ ਕੋਲੋਂ ਨਹੀਂ ਜਾਣਿਆ ਜਾ ਰਿਹਾ। ਆਹੈ ਪਰੇ ਤੋਂ ਦੇਹੋ ਬੁਝਾਈ। ਜੇ ਬੁੱਧੀ ਤੋਂ ਵੀ ਪਰੇ ਕੁਝ ਹੈ ਤਾਂ ਮਹਾਰਾਜ ਜੀ ਮੈਨੂੰ ਉਹ ਸਮਝਾ ਦਿਓ। ਸੁਣ ਬੋਲੇ ਸ਼੍ਰੀ ਪੰਕਜ ਬਦਨਾ। ਸੁਣ ਕੇ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਭੋ ਰਾਜਨ ਕਰ ਅਹੰ ਨਿਕਦਨਾ। ਮਹਾਰਾਜ ਜੀ ਕਹਿੰਦੇ ਹੇ ਰਾਜਾ ਇਸ ਬੁੱਧੀ ਤੋਂ ਵੀ ਹੰਗਤਾ ਪਰੇ ਕਰ ਲੈ, ਤੂੰ ਬੁੱਧੀ ਵੀ ਨਹੀਂ। ਨਹੀਂ ਬੁੱਧ ਤੂੰ ਦੇਖ ਵਿਚਾਰਾ। ਵਿਚਾਰ ਕਰਕੇ ਵੇਖ, ਚਿੰਤਨ ਕਰ, ਤੂੰ ਬੁੱਧੀ ਨਹੀਂ ਹੈ। ਮਿਲਿਆ ਸੋ ਭਾ ਜੀਵ ਦੁਖਾਰਾ। ਇਸ ਬੁੱਧੀ ਨਾਲ ਮਿਲ ਕੇ ਜੀਵ ਦੁਖੀ ਹੁੰਦਾ। ਜਦੋਂ ਬੁੱਧੀ ਵਿੱਚ ਹੀ ਦੁੱਖ ਦਾ ਆਭਾਸ ਹੁੰਦਾ ਨਾ, ਬੁੱਧੀ ਨੇ ਕਿਹਾ ਇਹਦੇ 'ਚ ਦੁੱਖ ਹੈ, ਇਹਦੇ 'ਚ ਸੁੱਖ ਹੈ, ਬੁੱਧੀ ਨੇ ਨਿਸ਼ਚਾ ਕੀਤਾ ਨਾ। ਜਿਹੜੇ ਗਰਮ ਮੁਲਕਾਂ 'ਚ ਰਹਿੰਦੇ ਆ ਉਹ ਕਹਿੰਦੇ ਆ ਵੀ ਆ ਜਿੱਧਰ ਠੰਡ ਪੈਂਦੀ ਆ, ਬਰਫ਼ ਪੈਂਦੀ ਆ, ਬੜੇ ਲੋਕ ਸੁਖੀ ਆ ਉੱਥੇ। ਬੁੱਧੀ ਨੇ ਨਿਸ਼ਚਾ ਕਰ ਲਿਆ ਵੀ ਉੱਥੇ ਸੁੱਖ ਹੈ। ਜਿੱਥੇ ਮਾਈਨਸ ਟੈਂਪਰੇਚਰ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਆਖਿਆ ਵੀ ਜਿਹੜਾ ਨਰਕ ਹੈ ਨਾ ਉੱਥੇ ਬਰਫ਼ ਪੈਂਦੀ ਆ ਤੇ ਲੋਕ ਗਲਦੇ ਆ, ਉੱਥੇ ਬਰਫ਼ ਪੈਂਦੀ ਆ, ਲੋਕ ਗਲਦੇ ਆ।
ਉਹਨਾਂ ਨੇ ਬੁੱਧੀ ਕਰਕੇ ਨਿਸ਼ਚਾ ਕਰ ਲਿਆ ਵੀ ਜਿਹੜਾ ਠੰਡ ਹੈ ਇਹ ਨਰਕ ਹੈ। ਅਸੀਂ ਗਰਮ ਮੁਲਕ 'ਚ ਰਹਿੰਦੇ, ਅਸੀਂ ਕਹਿੰਦੇ ਆ ਵੀ ਜਿਹੜੀ ਅੱਗ ਹੈ ਉਹ ਨਰਕਾਂ ਦੇ ਅੱਗ ਦੇ ਵਿੱਚ ਅੱਗ ਬਲਦੀ ਹੈ। ਯਾਨੀ ਕਿ ਸਾਡੀ ਬੁੱਧੀ ਨੇ ਨਿਸ਼ਚਾ ਕਰਨਾ ਵੀ ਦੁੱਖ ਕਿਹਦੇ 'ਚ ਹੈ, ਸੁੱਖ ਕਿਹਦੇ 'ਚ ਹੈ। ਕਿਸੇ ਨੂੰ ਮਿੱਠਾ ਖਾਣ ਦੇ ਵਿੱਚ ਬੜਾ ਖੁਸ਼ੀ ਆਨੰਦ ਪ੍ਰਾਪਤ ਹੁੰਦਾ। ਐਸੇ ਵੀ ਬਹੁਤ ਨੇ ਜਿਹੜੇ ਕਹਿੰਦੇ ਸਾਨੂੰ ਤਾਂ ਕੌੜਾ ਖਾ ਕੇ ਆਨੰਦ ਆਉਂਦਾ। ਉਹਨਾਂ ਨੂੰ ਕੋਈ ਕਸੈਲੀ ਚੀਜ਼ ਖਵਾਓ ਬੜੀ ਸ਼ੌਂਕ ਨਾਲ ਛਕਦੇ ਆ। ਯਾਨੀ ਕਿ ਬੁੱਧੀ ਨੇ ਨਿਸ਼ਚਾ ਕਰਨਾ ਵੀ ਇਹਦੇ 'ਚ ਸੁੱਖ ਹੈ, ਇਹਦੇ 'ਚ ਦੁੱਖ ਹੈ। ਮਹਾਰਾਜ ਜੀ ਕਹਿੰਦੇ ਜਿਸ ਬੁੱਧੀ ਦੇ ਵਿੱਚ ਕੇਵਲ ਦੁੱਖ ਦਾ ਹੀ ਭਾਸ ਹੁੰਦਾ ਹੈ, ਪੰਜ ਭੂਤ ਮੈਂ ਤਮ ਗੁਣ ਜੋਈ। ਮਹਾਰਾਜ ਜੀ ਕਹਿੰਦੇ ਸੁਣੋ ਵੀ ਇਹ ਬੁੱਧੀ ਕਿੱਥੋਂ ਬਣੀ ਹੈ। ਪਾਤਸ਼ਾਹ ਕਹਿੰਦੇ ਜਿਹੜੇ ਪੰਜ ਤੱਤ ਨੇ ਨਾ, ਆਕਾਸ਼ ਜਲ ਵਾਯੂ ਆਦਿਕ, ਇਹਨਾਂ ਪੰਜ ਤੱਤਾਂ ਦੇ ਤਮੋ ਗੁਣ ਤੋਂ ਤਿਹ ਤੇ ਬੰਨਿਓ ਥੂਲ ਸਭ ਕੋਈ। ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਾਡਾ ਸਥੂਲ ਸਰੀਰ ਬਣਿਆ। ਇਹ ਜਿਹੜਾ ਸਾਡਾ ਬਾਹਰਲਾ ਸਰੀਰ ਹੈ ਸਥੂਲ, ਇਹ ਪੰਜ ਤੱਤਾਂ ਦੇ ਤਮੋ ਗੁਣ ਤੋਂ ਬਣਿਆ ਹੈ। ਤਿਨ ਮੈਂ ਅੰਸ ਜੋ ਰਜ ਗੁਣ ਨੀਕਾ। ਫਿਰ ਇਹਨਾਂ ਪੰਜਾਂ ਤੱਤਾਂ ਵਿੱਚ ਰਜੋ ਗੁਣ ਵੀ, ਕਿਉਂਕਿ ਪੰਜਾਂ ਤੱਤਾਂ 'ਚ ਤਿੰਨੇ ਗੁਣ ਨੇ, ਸਤੋ ਗੁਣ, ਤਮੋ ਗੁਣ ਤੇ ਰਜੋ ਗੁਣ। ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਰੀਰ ਬਣਿਆ ਤੇ ਪੰਜਾਂ ਤੱਤਾਂ ਦਾ ਜਿਹੜਾ ਰਜੋ ਗੁਣ ਹੈ ਤਿਹ ਨਿਰਮਾਈ ਸਰਬ ਰਖੀਕਾ। ਉਹਦੇ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ, ਅੱਖਾਂ, ਨੱਕ, ਪੰਜੇ ਗਿਆਨ ਇੰਦਰੀਆਂ, ਕਰਮ ਇੰਦਰੀਆਂ। ਉਹ ਜਿਹੜੀਆਂ ਨੇ ਉਹ ਪੰਜ ਤੱਤਾਂ ਦੇ ਰਜੋ ਗੁਣ ਤੋਂ ਬਣੀਆਂ ਹਨ। ਤਾਂ ਮੈਂ ਸਤ ਗੁਣ ਅੰਸ਼ ਸੁਹਾਵਾ। ਉਹਨਾਂ ਪੰਜਾਂ ਤੱਤਾਂ ਵਿੱਚ ਜਿਹੜਾ ਸਤੋ ਗੁਣ ਹੈ ਤਿਹ ਤੇ ਅੰਤਹਿ ਕਰਣ ਬਨਾਵਾ। ਉਸ ਸਤੋ ਗੁਣ ਤੋਂ ਸਾਡਾ ਅੰਤਸ਼ਕਰਨ ਬਣਿਆ, ਜਿਹਨੂੰ ਅਸੀਂ ਮਨ, ਬੁੱਧ, ਚਿੱਤ, ਅਹੰਕਾਰ, ਇਹ ਚਾਰ ਬਿਰਤੀਆਂ ਨੇ ਅੰਤਸ਼ਕਰਨ ਦੀਆਂ। ਇਹ ਸਤੋ ਗੁਣ ਤੋਂ, ਪੰਜਾਂ ਤੱਤਾਂ ਦੇ ਹੀ ਸਤੋ ਗੁਣ ਤੋਂ ਬਣੀਆਂ ਨੇ। ਮਹਾਰਾਜ ਜੀ ਕਹਿੰਦੇ ਜੋ ਪੰਜਾਂ ਤੱਤਾਂ ਤੋਂ ਹੀ ਸਭ ਕੁਝ ਬਣ ਰਿਹਾ ਹੈ ਉਹ ਤੇਰਾ ਸਰੂਪ ਨਹੀਂ ਹੈ। ਤੇਰਾ ਸਰੂਪ ਪੰਜਾਂ ਤੱਤਾਂ ਤੋਂ ਨਹੀਂ ਬਣਿਆ ਹੋਇਆ, ਉਹ ਸਵੈੰ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਤੇਰਾ ਜਿਹੜਾ ਅੰਤਸ਼ਕਰਨ ਹੈ ਇਹ ਪੰਜਾਂ ਤੱਤਾਂ ਦੇ ਸਤੋ ਗੁਣ ਤੋਂ ਬਣਿਆ ਹੈ। ਚਤੁਰ ਪ੍ਰਕਾਰ ਪਇਓ ਸੋ ਜਾਨੋ। ਉਹ ਅੰਤਸ਼ਕਰਨ ਚਾਰ ਪ੍ਰਕਾਰ ਦਾ ਹੈ। ਮਨ, ਬੁੱਧ, ਚਿੱਤ, ਅਹੰਕਾਰ ਪਛਾਨੋ। ਉਹ ਕਿਹੜਾ ਚਾਰ ਪ੍ਰਕਾਰ ਕਿਹੜੇ ਨੇ? ਮਨ, ਬੁੱਧੀ, ਚਿੱਤ ਤੇ ਅਹੰਕਾਰ। ਮਨ 'ਚ ਅਹੰਕਾਰ ਹੈ, ਬੁੱਧੀ ਵਿੱਚ ਚਿੱਤ ਹੈ। ਇਨ ਕੀ ਵਿਦ ਸਭ ਜਾਨੋ ਐਸੇ। ਇਹਦੀ ਵਿਧੀ ਇਸ ਤਰ੍ਹਾਂ ਸਮਝ ਲੈ, ਤਵ ਸਰੂਪ ਕੈ ਆਸ਼ਰੈ ਜੈਸੇ। ਇਹ ਸਾਰਾ ਕੁਝ ਤੇਰੇ ਸਵਰੂਪ ਦੇ ਆਸ਼ਰੇ 'ਚ ਹੈ। ਇਹਦੇ ਬਾਰੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਸਮਝਾਉਂਦੇ ਆ ਰਾਏ ਬੁਲਾਰ ਜੀ। ਰਥ ਰੂਪੀ ਜੋ ਅਹੈ ਸਰੀਰਾ। ਮਹਾਰਾਜ ਜੀ ਬੜੀ ਕਮਾਲ, ਇਹ ਜਿੰਨੀ ਕਥਾ ਹੈ ਨਾ ਪਿੱਛੇ ਤੁਸੀਂ ਸੁਣੀ, ਬਹੁਤਿਆਂ ਦੇ ਸ਼ਾਇਦ ਚੇਤੇ ਵਿੱਚ ਚਿੰਤਨ 'ਚ ਸਮਝ ਨਾ ਪਈ ਹੋਵੇ। ਹੁਣ ਸਾਰਾ ਕੁਝ ਸਮਝਾ ਦੇਣਾ ਸਤਿਗੁਰਾਂ ਨੇ ਉਦਾਹਰਣ ਦੇ ਕੇ, ਬੜੇ ਸਪਸ਼ਟ ਲਫ਼ਜ਼ਾਂ 'ਚ। ਇਹ ਸਾਰੀਆਂ ਗੱਲਾਂ ਜਿੰਨੀਆਂ ਹੁਣ ਤਾਈਂ ਹੋਈਆਂ, ਮਹਾਰਾਜ ਜੀ ਕਹਿੰਦੇ ਆ ਜਿਹੜਾ ਸਰੀਰ ਹੈ ਨਾ ਇਹ ਹੈ ਰਥ। ਸਰੀਰ ਰਥ ਹੈ। ਹਾਂਜੀ, ਤਿਹ ਤੁਰੰਗ ਇੰਦਰੀ ਲਖ ਧੀਰਾ। ਇਸ ਰਥ ਨੂੰ ਚਲਾਉਣ ਵਾਲੇ ਨੇ 10 ਘੋੜੇ। ਕਿਹੜੇ? 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਤੁਸੀਂ ਕੋਈ ਚਿੱਤਰ ਵੇਖਿਆ ਹੋਣਾ, ਆ ਜਦੋਂ ਕੁਰੂਕਸ਼ੇਤਰ ਜਾਈਏ ਉੱਥੇ ਇੱਕ ਮੂਰਤੀ ਸਥਾਪਿਤ ਕੀਤੀ ਹੋਈ ਹੈ, ਇੱਕ ਵੱਡਾ ਗੇਟ ਬਣਾ ਕੇ, ਤੇ ਆਮ ਕਰਕੇ ਤਸਵੀਰ ਵੀ ਮਿਲ ਜਾਂਦੀ ਹੈ ਕ੍ਰਿਸ਼ਨ ਭਗਵਾਨ ਦੀ। ਉਹ ਇੱਕ ਰੱਥ ਦੇ ਉੱਤੇ ਨੇ, ਉਹ ਰੱਥ ਨੂੰ 10 ਘੋੜੇ ਲੱਗੇ ਹੋਏ ਆ, ਵਿੱਚ ਕ੍ਰਿਸ਼ਨ ਜੀ ਬੈਠੇ ਹੋਏ, ਅੱਗੇ ਉਹ ਚਲਾ ਰਹੇ ਨੇ, ਪਿੱਛੇ ਰੱਥ ਦੇ ਵਿੱਚ ਬੈਠਾ ਹੋਇਆ ਜਨ। ਚਲੋ ਕ੍ਰਿਸ਼ਨ ਜੀ ਨੂੰ ਪੂਜਣ ਵਾਲੇ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਆ, ਪਰ ਅਧਿਆਤਮਿਕ ਰੂਪ ਦੇ ਵਿੱਚ ਉਹਦੀ ਖੇਡ ਮਹਾਰਾਜ ਜੀ ਦੱਸ ਰਹੇ ਨੇ ਵੀ ਆਹ ਜਿਹੜਾ ਸਰੀਰ ਹੈ ਇਹ ਹੈ ਰੱਥ। ਇਸ ਨੂੰ ਚਲਾਉਣ ਵਾਲੇ 10 ਘੋੜੇ ਨੇ, ਉਹ ਨੇ ਸਾਡੀਆਂ ਇੰਦਰੀਆਂ, ਗਿਆਨ ਇੰਦਰੀਆਂ ਔਰ ਕਰਮ ਇੰਦਰੀਆਂ। ਇਹ ਘੋੜੇ ਹਨ। ਮਨ ਡੋਰੀ ਕੇ ਸਮ ਪਹਿਚਾਨੋ। ਹੁਣ ਘੋੜਿਆਂ ਦੇ ਮੂੰਹ ਵਿੱਚ ਲਗਾਮ ਨਾ ਹੋਵੇ ਨਹੀਂ ਚੱਲਦੇ, ਤੇ ਇਹਨਾਂ ਜਿਹੜੇ ਆ ਘੋੜੇ ਨੇ ਇਸ ਰੱਥ ਨੂੰ ਲੱਗੇ ਹੋਏ ਇੰਦਰੀਆਂ, ਇਹਨਾਂ ਨੂੰ ਡੋਰੀ ਪਾ ਕੇ, ਲਗਾਮ ਪਾ ਕੇ ਚਲਾਉਣ ਵਾਲਾ ਉਹ ਹੈ ਮਨ। ਮਨ ਡੋਰੀ ਹੈ ਇਹਨਾਂ ਦੇ ਮੂੰਹ ਵਿੱਚ ਸਾਰਿਆਂ ਦੇ। ਹਾਂਜੀ, ਬੁੱਧ ਸਾਰਥੀ ਤਿਨ ਹੈ ਪਰਮਾਨੋ। ਜਿਹੜੀ ਬੁੱਧੀ ਹੈ ਉਹ ਹੈ
ਇਹਨਾਂ ਨੂੰ ਚਲਾਉਣ ਵਾਲੀ। ਮਨ ਹੋ ਗਿਆ ਉਹਨਾਂ ਘੋੜਿਆਂ ਦੇ ਮੂੰਹ 'ਚ ਲਗਾਮ, ਤੇ ਉਸ ਲਗਾਮ ਨੂੰ ਫੜ ਕੇ ਚਲਾਉਣ ਵਾਲਾ ਕੌਣ ਹੈ? ਬੁੱਧੀ, ਜਿਹਨੂੰ ਕ੍ਰਿਸ਼ਨ ਜੀ ਨੇ ਮੂਰਤੀ ਬਣਾਇਆ ਵੀ ਕ੍ਰਿਸ਼ਨ ਜੀ ਸਾਰਥੀ ਨੇ ਨਾ। ਕਹਿੰਦੇ ਜਿਹੜੀ ਸਾਡੀ ਬੁੱਧੀ ਹੈ ਇਹੀ ਅੰਦਰ ਕ੍ਰਿਸ਼ਨ ਹੈ, ਇਹਨੂੰ ਕਹਿ ਸਕਦੇ ਹਾਂ। ਉਸ ਮਨ ਰੂਪੀ ਜਿਹੜੀਆਂ ਉਹ ਵਾਗ ਹੈ, ਜਿੰਨੇ ਮਨ ਵਿੱਚ ਜਿੰਨੇ ਫੁਰਨੇ ਪੈਦਾ ਹੁੰਦੇ ਨੇ, ਉਹਦਾ ਨਿਸ਼ਚਾ ਕੌਣ ਕਰਦੀ ਹੈ? ਸਾਡੀ ਬੁੱਧੀ। ਬੁੱਧੀ ਜਿਹੜੀ ਆ ਉਹ ਸਾਰਥੀ ਹੈ, ਉਸ ਘੋੜਿਆਂ ਨੂੰ ਚਲਾਉਣ ਵਾਲੀ। ਰਥੀ ਆਤਮਾ ਰੂਪ ਸੋ ਤੇਰੋ, ਤੇ ਜਿਹੜਾ ਉਹ ਪਿੱਛੇ ਬੈਠਾ ਹੈ ਉਹ ਹੈ ਤੇਰੀ ਆਤਮਾ, ਜਿਹੜੀ ਉਸ ਰਥ ਦੀ ਮਾਲਕ ਹੈ, ਉਹਦੇ ਵਿੱਚ ਸਵਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਏ ਬੁਲਾਰ, ਉਹ ਆਤਮਾ ਜਿਹੜੀ ਆ ਉਹ ਹੈ ਰਥੀ, ਉਹਦਾ ਮਾਲਕ ਜਿਹੜਾ ਉਹਦੇ ਵਿੱਚ ਬੈਠਾ। ਉਹ ਰਥ ਨਹੀਂ ਹੈ, ਉਹ ਮਨ ਵੀ ਨਹੀਂ ਹੈ, ਉਹ ਬੁੱਧੀ ਵੀ ਨਹੀਂ ਹੈ, ਉਹ ਇੰਦਰੀਆਂ ਵੀ ਨਹੀਂ ਹੈ, ਉਹ ਘੋੜੇ ਵੀ ਨਹੀਂ ਹੈ। ਉਹਦੇ ਵਿੱਚ ਬੈਠਾ, ਉਹਦੇ ਤੋਂ ਨਿਆਰਾ ਹੈ ਨਾ। ਏਦਾਂ ਤੇਰੀ ਆਤਮਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਆਤਮਾ ਰਥੀ ਹੈ। ਇਸ ਗੱਲ ਨੂੰ ਸਮਝਾਉਂਦਿਆਂ ਮਹਾਰਾਜ ਜੀ ਨੇ ਬੜੇ ਸੁਖੈਨ ਢੰਗ ਦੇ ਉਦਾਹਰਣ ਦੇ ਦਿੱਤੇ। ਦੁਬਾਰਾ ਦੁਹਰਾ ਦਿਆਂ, ਸਰੀਰ ਰਥ ਹੈ, 5 ਗਿਆਨ ਇੰਦਰੀਆਂ ਔਰ 5 ਕਰਮ ਇੰਦਰੀਆਂ ਨੇ ਘੋੜੇ, ਔਰ ਇਹਨਾਂ ਦੇ ਮੂੰਹ ਵਿੱਚ ਪਾਈ ਹੋਈ ਲਗਾਮ ਹੈ ਮਨ, ਤੇ ਜਿਹੜੀ ਬੁੱਧੀ ਹੈ ਉਹ ਹੈ ਇਹਨਾਂ ਨੂੰ ਚਲਾਉਣ ਵਾਲੀ ਸਾਰਥੀ, ਔਰ ਇਹਦੇ ਵਿੱਚ ਜਿਹੜੀ ਸਵਾਰ ਹੈ ਉਹ ਹੈ ਆਤਮਾ। ਹਾਂਜੀ, ਜਾਂ ਕੋ ਹਰਕ ਸ਼ੋਕ ਨਹਿ ਹੀਰੋ, ਉਹ ਜਿਹੜੀ ਆਤਮਾ ਹੈ ਉਹਨੂੰ ਨਾ ਹਰਖ ਹੈ ਨਾ ਸੋਗ ਹੈ। ਰਥ ਦਾ ਪਹੀਆ ਟੁੱਟ ਜਾਏ, ਰਥ ਨੂੰ ਕੋਈ ਤੀਰ ਮਾਰੇ, ਰਥ ਨੂੰ ਤਲਵਾਰ ਨਾਲ ਕੱਟੇ, ਉਹ ਜਿਹੜਾ ਵਿੱਚ ਬੈਠਾ ਉਹਨੂੰ ਤਾਂ ਨਹੀਂ ਪੀੜ ਹੁੰਦੀ, ਉਹਨੂੰ ਤਾਂ ਨਹੀਂ ਦਰਦ ਹੁੰਦੀ। ਕਿਉਂ? ਕਿਉਂਕਿ ਉਹ ਰਥ ਨਹੀਂ ਹੈ, ਰਥ ਤੋਂ ਨਿਆਰਾ ਹੈ। ਭਾਈ ਮਨੀ ਸਿੰਘ ਜੀ ਨੇ ਇਹ ਗੱਲ ਸਮਝ ਲਈ। ਉਹਨਾਂ ਦੇ ਸਰੀਰ ਰੂਪੀ ਰਥ ਨੂੰ ਕੱਟਿਆ ਜਾ ਰਿਹਾ, ਕੋਇਆ ਜਾ ਰਿਹਾ, ਪਰ ਉਹ ਵਿੱਚ ਅਡੋਲ ਬੈਠੇ ਹੈ। ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਸਵਰੂਪ ਹੈ ਉਹਨੂੰ ਨਾ ਦੁੱਖ ਹੈ ਨਾ ਸੁੱਖ ਹੈ। ਤਾਂ ਕੋ ਤੂੰ ਨੀ ਕਹਿ ਲਖ ਲੀਜੈ, ਏ ਰਾਏ ਬੁਲਾਰ, ਉਹਨੂੰ ਤੂੰ ਆਪਣਾ ਸਵਰੂਪ ਜਾਣ ਲੈ। ਅਪਰ ਅਹੰਤਾ ਤਿਆਗਨ ਕੀਜੈ, ਬਾਕੀ ਇਹ ਸਾਰੀ ਹੰਗਤਾ ਜਿਹੜੀ ਹੈ ਇਹ ਤਿਆਗ ਦੇ। ਜਿਹ ਕੋ ਸਕੈ ਨ ਅਗਨ ਜਰਾਈ, ਤੇਰਾ ਸਵਰੂਪ ਉਹ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਤੀਰਨ ਤਾਂ ਕੋ ਕਬ ਹੈ ਗਰਾਈ, ਜਿਸ ਨੂੰ ਪਾਣੀ ਡਬੋ ਨਹੀਂ ਸਕਦਾ, ਜਲ ਨਹੀਂ ਡੂਬੈ, ਤਸ ਕਰ ਨਹੀਂ ਲੇਵੈ, ਭਾਹੇ ਨ ਸਕੈ ਜਲੇ। ਅੱਗ ਸਾੜ ਨਹੀਂ ਸਕਦੀ, ਜਲ ਡੁਬੋ ਨਹੀਂ ਸਕਦਾ। ਨਹਿ ਸ਼ਸਤਰ ਸੋ ਛੇਦੇ ਹੋ ਜਾਏ, ਤੇਰੇ ਉਸ ਸਵਰੂਪ ਨੂੰ ਕਿਸੇ ਤਲਵਾਰ ਨਾਲ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਨੂੰ, ਨਹਿਨੰ ਦਹੰਤੀ ਪਾਵਕਹ ਨਹਿਨੰ ਕਟੰਤੀ ਸ਼ਸਤਰਾਣ। ਕਹਿੰਦੇ ਤੇਰੀ ਆਤਮਾ, ਤੇਰਾ ਸਵਰੂਪ ਉਹ ਹੈ ਜਿਸ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਜਿਸ ਨੂੰ ਅਗਨੀ ਜਲਾ ਨਹੀਂ ਸਕਦੀ, ਜਿਸ ਨੂੰ ਪਾਣੀ ਡੁਬੋ ਨਹੀਂ ਸਕਦਾ, ਜਿਸ ਨੂੰ ਹਵਾ ਸੁਕਾ ਨਹੀਂ ਸਕਦੀ, ਉਹ ਤੇਰਾ ਸਵਰੂਪ ਹੈ। ਪੌਣ ਨ ਤਾਕੋ ਸਕੈ ਉਡਾਏ, ਹਵਾ ਉਹਨੂੰ ਉਡਾ ਨਹੀਂ ਸਕਦੀ। ਬਾਲਕ ਬੂਢਾ ਜੋ ਨੈ ਤਰੁਣਾ, ਕਹਿੰਦੇ ਜਿਹੜਾ ਤੇਰਾ ਸਵਰੂਪ ਹੈ ਰਾਏ ਬੁਲਾਰ, ਉਹ ਨਾ ਬਾਲਕ ਹੈ, ਉਹ ਨਾ ਜਵਾਨ ਹੈ, ਉਹ ਨਾ ਬੁੱਢਾ ਹੈ, ਨਾ ਇਹੋ ਬੂਢਾ ਨਾ ਇਹੋ ਬਾਲਾ। ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਬਚਨ ਕਰਦੇ ਆ, ਮਹਾਰਾਜ ਜੀ ਕਹਿੰਦੇ ਉਹ ਨਾ ਬਾਲਕ ਹੈ, ਨਾ ਉਹ ਬੁੱਢਾ ਹੈ, ਨਾ ਉਹ ਜਵਾਨ ਹੈ। ਚਾਹੇ ਕਦਾਚਿਤ ਜਨਮ ਨ ਮਰਨਾ, ਔਰ ਉਹਦਾ ਕਦਾਚਿਤ ਵੀ ਜਨਮ ਨਹੀਂ ਨਾ ਮਰਨ ਹੈ। ਉਹਦਾ ਨਾ ਜਨਮ ਹੁੰਦਾ ਨਾ ਹੀ ਮਰਨ ਹੈ। ਜਾਂ ਕੋ ਭੂਖ ਪਿਆਸ ਨਾ ਥੋਰੀ, ਉਹਨੂੰ ਨਾ ਕੋਈ ਭੁੱਖ ਲੱਗਦੀ ਹੈ ਨਾ ਉਹਨੂੰ ਪਿਆਸ ਲੱਗਦੀ ਹੈ। ਜਿਹ ਬਿਸਰੇ ਤੇ ਹੋਵੇ ਦੁੱਖ ਘੋਰੀ, ਜੇ ਉਹ ਸਵਰੂਪ ਭੁੱਲ ਜਾਏ ਤੇ ਜੀਵ ਨੂੰ ਦੁੱਖ ਭੋਗਣੇ ਪੈਂਦੇ ਐ। ਜਦੋਂ ਆਪਣੇ ਆਪ ਨੂੰ ਸਰੀਰ ਹੀ ਸਮਝ ਲੈਂਦਾ ਫਿਰ ਦੁਖੀ ਹੁੰਦਾ ਨਾ, ਜਦੋਂ ਰੱਥ ਸਮਝ ਲੈ ਤੇ ਫਿਰ ਦੁਖੀ ਹੁੰਦਾ। ਉਸ ਰੱਥ ਨੂੰ ਕੋਈ ਪੀੜਾ ਹੋਵੇ, ਰੱਥ ਬਣਦੇ ਬਿਨਸਦੇ ਰਹਿੰਦੇ ਐ,
ਏਦਾਂ ਉਹ ਫਿਰ ਜੰਮਦੇ ਮਰਦੇ ਰਹਿੰਦੇ ਨੇ। ਜਿਹੜੀ ਆਤਮਾ ਹੈ ਉਹਨੂੰ ਜਨਮ ਮਰਨ ਨਹੀਂ। ਸੁਨ ਬੁਲਾਰ ਇਸ ਬਿਦ ਕੇ ਬੈਨਾ, ਸਤਿਗੁਰੂ ਜੀ ਦੇ ਬਚਨ ਰਾਏ ਬੁਲਾਰ ਜੀ ਨੇ ਸੁਣੇ। ਨਿਜ ਸਰੂਪ ਜਾਣਿਓ ਸੁਖ ਐਨਾ, ਆਪਣੇ ਆਤਮ ਸਵਰੂਪ ਵਿੱਚ ਜਾ ਕੇ ਟਿਕ ਗਈ ਸੁਰਤ, ਨਿਜ ਸਵਰੂਪ ਨੂੰ ਜਾਣ ਲਿਆ। ਭਇਓ ਨਿਮਗਨ ਅਥਾਹੇ ਆਨੰਦਾ, ਔਰ ਜਦੋਂ ਆਪਣੇ ਆਤਮ ਸਵਰੂਪ ਨੂੰ ਜਾਣਿਆ ਉੱਥੇ ਹੀ ਜਾ ਕੇ ਨਿਮਗਨ ਹੋ ਗਏ, ਆਨੰਦ ਵਿੱਚ ਹੋ ਗਏ। ਹੁਣ ਕੁਝ ਬੋਲਣ ਯੋਗ ਨਹੀਂ ਰਹੇ ਕਿ ਬੋਲਾਂ ਕੀ, ਕਿਉਂਕਿ ਰਸ ਐਸਾ ਆ ਗਿਆ ਕਿ ਹੁਣ ਗੂੰਗੇ ਦੀ ਮਠਿਆਈ ਵਾਂਗੂ ਰਸ ਬਣ ਗਿਆ। ਛੂਟ ਗਏ ਜਗ ਕੇ ਸਭ ਫੰਦਾ, ਜਿੰਨੇ ਜਗ ਦੇ ਫਾਹ ਸਨ ਟੁੱਟ ਗਏ। ਹਾਥ ਬੰਦ ਪਦ ਬੰਧਨ ਤਾਰੀ, ਅੰਦਰ ਆਤਮ ਸਵਰੂਪ ਨੂੰ ਜਦੋਂ ਵੇਖਿਆ ਤੇ ਕੁਝ ਸਮੇਂ ਲਈ ਉੱਥੇ ਹੀ ਟਿਕ ਗਏ। ਗੁਰੂ ਬਾਬਾ ਜੀ ਬੋਲੇ, ਰਾਏ ਬੁਲਾਰ, ਜੋ ਅੰਦਰ ਵੇਖ ਰਹੇ ਹੋ ਬਾਹਰ ਵੀ ਹੈ। ਨੇਤਰ ਖੋਲੇ, ਬਾਹਰ ਵੀ ਉਹੀ ਪ੍ਰਕਾਸ਼ ਹੈ ਚੇਤਨਾ, ਅੰਦਰ ਵੀ ਉਹੀ ਪ੍ਰਕਾਸ਼, ਜਿਹਦੇ ਬਾਬਤ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ, ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ, ਖੁੱਲਿਆਂ ਬਾਹਰ ਦਸਾਈ ਹੈ। ਅੰਦਰ ਵੀ ਉਹੀ ਪ੍ਰਕਾਸ਼ ਹੈ, ਬਾਹਰ ਵੀ ਉਹੀ ਹੈ। ਹਾਂਜੀ, ਉਸਤਤ ਪਦ ਕੀ ਗਿਰਾਇ ਉਚਾਰੀ, ਜਦੋਂ ਬਾਹਰ ਵੇਖਿਆ ਤੇ ਉਹੀ ਸਵਰੂਪ ਜੋ ਅੰਦਰ ਦਿਸ ਰਿਹਾ ਚੇਤਨਾ ਦਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਹੁਣ ਸਰਬ ਥਾਈ ਉਸ ਪ੍ਰਕਾਸ਼ ਰੂਪ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਦਾ ਹੀ ਨੂਰ ਨਜ਼ਰ ਆਉਂਦਾ, ਤੇ ਵੇਖ ਕੇ ਫਿਰ ਉਸਤਤ ਵਿੱਚ ਬੋਲੇ ਨੇ ਰਾਏ ਬੁਲਾਰ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨ ਵਾਸਤੇ ਬੋਲੇ ਨੇ। ਉਹ ਬਚਨ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਸਾਨੂੰ ਨਿਜ ਸਵਰੂਪ ਦੀ ਸੋਝੀ ਪ੍ਰਦਾਨ ਕਰਨ। ਇਹ ਲੈ ਚਿੰਤਨ ਹੈ ਗੁਰੂ ਖਾਲਸਾ ਜੀ। ਜਿਵੇਂ ਲੈ ਚਿੰਤਨ ਜਿਵੇਂ ਜਿਵੇਂ ਪਰਪੱਕ ਹੁੰਦਾ ਚਲਿਆ ਜਾਂਦਾ ਹੈ, ਤਿਵੇਂ ਤਿਵੇਂ ਗੁਰੂ ਕਿਰਪਾ ਦੁਆਰਾ ਆਤਮ ਸਵਰੂਪ ਦਾ ਸਾਖਸ਼ਾਤਕਾਰ ਹੁੰਦਾ ਚਲਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਸਹਿਬ ਥਾਏ ਪਾਵਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਦੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਇਆਲ, ਹੇ
ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।